ਕ੍ਰਾਈਮ ਤੇ ਇਹਦੀ ਇੱਕ ਐਗਜ਼ਾਮਪਲ ਹੈ। ਹਾਂਜੀ ਸਭ ਤੋਂ ਵੱਧ ਬੁਰਾ ਅਸਰ ਪੈਂਦਾ ਹੈ ਤਾਂ ਬਿਜ਼ਨਸ ਦੇ ਉੱਤੇ ਤੇ Exactly. ਟ੍ਰੇਡ ਦੇ ਉੱਤੇ। ਤੇ ਕੋਈ ਲਾਅ ਲੈ ਕੇ ਆ ਰਹੇ ਹੋ, ਉਹਦੀ ਕੋਈ ਸੈਂਸ ਤੇ ਸੈਂਸਿਬਿਲਿਟੀ ਤਾਂ ਹੋਵੇ। ਪਰ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹਨੂੰ ਬਦਲਿਆ ਕਿਵੇਂ ਜਾਏ, ਕੌਣ ਬਦਲੇਗਾ? ਕਿਉਂਕਿ ਹੁਣ ਅੱਗੇ ਬਦਲਣ ਵਾਸਤੇ ਵੀ ਫੈਡਰਲ ਸਟਰਕਚਰ ਹੈ। ਤੁਸੀਂ ਕਿੰਨੇ ਸ਼ੋਜ਼ ਕੀਤੇ ਨੇ, ਆਪਾਂ ਕਿੰਨੇ ਹੋਰ ਵਾਰੀ ਇਸ ਚੀਜ਼ ਬਾਰੇ ਗੱਲਬਾਤ ਕੀਤੀ ਹੈ, ਆਪਣੇ ਸਟੂਡੈਂਟਸ ਕਿੰਨੇ ਖਰਾਬ ਹੋਏ ਨੇ, ਕਿੰਨੇ ਮਤਲਬ ਇਰਰਿਸਪੌਂਸਿਬਲ ਤੇ ਰੈਕਲੈਸ ਚੀਜ਼ਾਂ ਹੋਈਆਂ ਨੇ। ਆਈ ਐਮ ਸੌਰੀ ਟੂ ਸੇ ਦੈਟ ਬਟ ਪਰ ਇਹ ਕਮਾਲ ਦੀ ਗੱਲ ਹੈ ਜੀ, ਲਾਅ ਇੱਕੋ ਹੀ ਕੰਟਰੀ ਹੈ, ਹਾਂਜੀ ਤੁਹਾਡਾ ਸੇਮ ਲਾਅ ਹੈ, ਕੋਈ ਬਾਹਰੋਂ ਤਾਂ ਨਹੀਂ ਬੰਦਾ ਪੜ੍ਹ ਕੇ ਆਇਆ। ਐਗਜ਼ੈਕਟਲੀ ਜੇ ਤੁਸੀਂ ਵਿਦਨ ਕੰਟਰੀ ਵੀ ਇਹ ਆਸਾਨ ਨਹੀਂ ਬਣਾ ਸਕਦੇ, ਮਤਲਬ ਕਿ ਕਿਹੜੇ ਦਿਮਾਗ ਦੀ ਕਾਢ ਹੋਏਗੀ ਕਿ ਇਸ ਤਰ੍ਹਾਂ ਕਾਨੂੰਨ ਬਣਾਏ ਨੇ? ਇੰਨੇ ਓਵਰਲੀ ਰੈਗੂਲੇਟਡ ਸਿਸਟਮ ਦੇ ਵਿੱਚੋਂ ਨੈਵੀਗੇਟ ਕਰਨਾ, ਟ੍ਰੇਡ ਐਂਡ ਕਾਮਰਸ ਕਿੱਦਾਂ ਸਰਵਾਈਵ ਕਰੂਗਾ? ਕਿ ਜੇ ਪਾਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ 'ਚ ਤੁਸੀਂ ਵੰਡੋ ਤੇ ਉਹ ਜ਼ਿਆਦਾ ਰਿਸਪੌਂਸਿਵ ਗਵਰਨਮੈਂਟਸ ਹੋ ਸਕਦੀਆਂ ਤੇ ਕਿਸੇ ਦੇ ਡਿਕਟੇਟਰ ਬਣਨ ਦਾ ਖਤਰਾ ਜਾਂ ਆਪ ਖੁਦਰੀਆਂ ਕਰਨ ਦਾ ਖਤਰਾ ਮਿਨੀਮਾਈਜ਼ ਕੀਤਾ ਜਾ ਸਕਦਾ। ਪਰ ਹੋਇਆ ਇਹ ਹੈ ਕਿ ਅਸੀਂ ਡਿਸਫੰਕਸ਼ਨਲ ਗਵਰਨਮੈਂਟਸ ਬਣਾ ਦਿੱਤੀ। ਇਹ ਇਨ ਮਾਈ ਵਿਊ ਦਿਸ ਇਜ਼ ਸਟੂਪਿਡਿਟੀ। ਇਫ ਯੂ ਆਸਕ ਮੀ ਕਿ ਇੱਕ ਸਾਈਡ ਆਫ ਗਵਰਨਮੈਂਟ ਨੂੰ ਇਹ ਨਹੀਂ ਪਤਾ ਕਿ ਅਸੀਂ ਦੂਜੀ ਸਾਈਡ ਆਫ ਗਵਰਨਮੈਂਟ ਨਾਲ ਕਿਸ ਤਰ੍ਹਾਂ ਕੋਆਰਡੀਨੇਟ ਕਰਕੇ ਕੰਮ ਕਰਨਾ ਵਾ। ਹਰ ਇੱਕ ਡਿਪਾਰਟਮੈਂਟ ਦਾ ਆਪਦਾ ਰੋਲ ਆ, ਪਰ ਉਹ ਰੋਲ ਇੰਨੇ ਬਾਈਫਰਕੇਟਡ ਨਹੀਂ ਹੋ ਸਕਦੇ ਕਿ ਜੋ ਮੇਨ ਗੋਲ ਵਾ ਉਸ ਆਰਗੇਨਾਈਜੇਸ਼ਨ ਦਾ ਉਹ ਕਰ ਨਾ ਸਕੇ। ਮਾਈਨੋਰਟੀ ਗਰੁੱਪਸ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ, ਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਲਈ, ਕਿਤੇ ਕਲਾਈਮੇਟ ਨੂੰ ਪ੍ਰੋਟੈਕਟ ਕਰਨ ਲਈ, ਕਦੇ ਕੁਛ ਇਹਨਾਂ ਚੀਜ਼ਾਂ ਵਾਸਤੇ ਬਣਾਏ ਗਏ ਨਾ ਕਾਨੂੰਨ। ਜੇ ਕੋਈ ਇਹਨਾਂ ਨੂੰ ਲਾਜ਼ ਨੂੰ ਚੈਲੰਜ ਕਰੂਗਾ, ਕਹੋਗੇ ਤੁਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹੋ। ਇਹ ਕਿਉਂ ਹੋਇਆ ਵਾ? ਬਿਕੋਜ਼ one side of the hand doesn't know what the other side of the hand is doing. ਹਰ ਇੱਕ ਗਵਰਨਮੈਂਟ ਆਪਦਾ ਕੰਮ ਕਰ ਰਹੀ ਹੈ, ਆਲੇ ਦੁਆਲੇ ਕੰਸਲਟ ਨਹੀਂ ਕਰ ਰਹੀ, ਦੇਖ ਨਹੀਂ ਰਹੀ ਕਿ ਇਵੈਂਚੁਅਲੀ ਇਹ ਜੋ ਅਸੀਂ ਕ੍ਰੀਏਟ ਕਰ ਰਹੇ ਹਾਂ ਇਹਦਾ ਬਾਕੀ ਕੰਟਰੀ 'ਤੇ ਕੀ ਅਸਰ ਹੋ ਰਿਹਾ। 1.7 ਮਿਲੀਅਨ ਕੰਟੇਨਰਸ ਹਰ ਸਾਲ ਸ਼ਿਪ ਹੁੰਦੇ ਨੇ ਮੌਂਟਰੀਅਲ 'ਚੋਂ। ਕੈਨੇਡਾ ਨੂੰ ਅਸੀਂ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਜਿਹੜੀ ਇੱਥੇ ਡੀਸੈਂਟਰਲਾਈਜ਼ ਕੀਤਾ ਗਿਆ ਪਾਵਰਸ ਨੂੰ, ਤੇ ਸ਼ਕਤੀਆਂ ਜਿਹੜੀਆਂ ਗਵਰਨਮੈਂਟ ਦੇ ਕਿਸੇ ਇੱਕ ਲੈਵਲ ਕੋਲ ਨਹੀਂ ਆ। ਫੈਡਰਲ ਗਵਰਨਮੈਂਟ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਫਿਰ ਸਾਡੀਆਂ ਜਿਹੜੀਆਂ ਲੋਕਲ ਗਵਰਨਮੈਂਟਸ ਨੇ, ਮਿਊਨਿਸਪੈਲਿਟੀਜ਼ ਨੇ, ਉਹਨਾਂ 'ਚ ਵੰਡਿਆ ਗਿਆ ਤਾਂ ਕਿ ਸਿਸਟਮ ਵੱਧ ਤੋਂ ਵੱਧ ਫੰਕਸ਼ਨਲ ਹੋ ਸਕੇ, ਵੱਧ ਤੋਂ ਵੱਧ ਜਿਹੜਾ ਹੈ ਅਕਾਊਂਟੇਬਲ ਹੋ ਸਕੇ, ਵੱਧ ਤੋਂ ਵੱਧ ਜਿਹੜੇ ਲੋਕਲ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕਰ ਸਕੇ। ਪਰ ਪ੍ਰੈਕਟੀਕਲੀ ਹੋ ਕੀ ਰਿਹਾ, ਇਹ ਕਿਵੇਂ ਹੋਇਆ, ਇਹ ਬਾਅਦ ਦੀ ਗੱਲ ਹੈ। ਕਿ ਇਹ ਇੱਕ ਕਿਸਮ ਦੀ ਕਈ ਵਾਰ ਇਉਂ ਲੱਗਦਾ ਕਿ ਰੁਕਾਵਟ ਬਣੀ ਹੋਈ ਹੈ, ਅਤੇ ਕਈ ਵਾਰ ਲੋਕ ਇਹ ਮਹਿਸੂਸ ਕਰਦੇ ਨੇ ਕਿ ਅਸਲ 'ਚ ਇੱਕ ਡਿਸਫੰਕਸ਼ਨਲ ਸਿਸਟਮ ਬਣ ਗਿਆ, ਬਜਾਏ ਇਹਦੇ ਕਿ ਜਿਹੜੀਆਂ ਇਹ ਪਾਵਰ ਸਿਸਟਮ ਨੂੰ ਮੋਰ ਰਿਸਪੌਂਸਿਵ ਬਣਾਉਂਦੀਆਂ, ਮੋਰ ਅਕਾਊਂਟੇਬਲ ਬਣਾਉਂਦੀਆਂ। ਇਹ ਹੁਣ ਇੱਕ ਦੂਜੇ 'ਤੇ ਜ਼ਿੰਮੇਵਾਰੀ ਸੁੱਟਣ ਦਾ ਅਸੀਂ ਦੇਖਦੇ, ਜਿਵੇਂ ਜਦੋਂ ਕ੍ਰਾਈਮ ਦੀ ਗੱਲ ਹੁੰਦੀ ਹੈ ਜਾਂ ਕੋਈ ਵੀ ਇਸ਼ੂ ਹੁੰਦਾ, ਗਵਰਨਮੈਂਟਸ ਇੱਕ ਦੂਜੇ 'ਤੇ ਜ਼ਿੰਮੇਵਾਰੀ ਸੁੱਟਦੀਆਂ ਕਿ ਪ੍ਰੋਵਿੰਸ਼ੀਅਲ ਲੀਡਰ ਕਹਿਣਗੇ ਇਹ ਫੈਡਰਲ ਮਾਮਲਾ, ਫੈਡਰਲ ਕਹਿਣਗੇ ਇਹ ਪ੍ਰੋਵਿੰਸ਼ੀਅਲ ਮਾਮਲਾ, ਜਾਂ ਪ੍ਰੋਵਿੰਸ਼ੀਅਲ ਕਹਿਣਗੇ ਇਹ ਸਿਟੀ ਦੇ ਕਰਨ ਵਾਲਾ ਮਾਮਲਾ। ਸੋ ਇਸ ਕਿਸਮ ਦਾ ਇਹ ਸ਼ੁਰੂ ਹੋ ਚੁੱਕਿਆ। ਅਤੇ ਅੱਜ ਵੀ ਜਦੋਂ ਅਸੀਂ ਖਬਰਾਂ 'ਚ ਸੀ, ਜਿਹੜੇ ਫੈਡਰਲ ਟਰਾਂਸਪੋਰਟੇਸ਼ਨ ਮਿਨਿਸਟਰ ਅਨੀਤਾ ਆਨੰਦ ਹੋਰਾਂ ਨੇ ਜਿਹੜੇ ਕਾਰ ਚੋਰੀ ਨੂੰ ਲੈ ਕੇ ਕਿਵੇਂ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ, ਔਰ ਉਹਨਾਂ ਨੇ ਆਪਣੇ ਪ੍ਰੋਵਿੰਸ਼ੀਅਲ ਜਿਹੜੇ ਕਾਊਂਟਰ ਪਾਰਟਸ ਨੇ ਉਹਨਾਂ ਨੂੰ ਲੈਟਰ ਲਿਖੀ ਕਿ ਕਿਵੇਂ ਜਿਹੜਾ ਡੇਟਾ ਹੈ, ਉਹ ਸਾਰੀਆਂ ਚੀਜ਼ਾਂ ਨੇ, ਇਹਨਾਂ ਨੂੰ ਕਿਵੇਂ ਇੰਟੀਗ੍ਰੇਟ ਕਰਨ ਦੀ ਜ਼ਰੂਰਤ ਹੈ, ਜਿਹਦੇ ਕਰਕੇ ਇਸ ਵੇਲੇ ਕਾਰ ਚੋਰੀਆਂ ਰੋਕਣ 'ਚ ਪ੍ਰੋਬਲਮ ਆ ਰਹੀ ਹੈ। ਇਹ ਤਾਂ ਜਸਟ ਇੱਕ ਐਗਜ਼ਾਮਪਲ ਹੈ। ਸੋ ਇਹ ਸਾਰੇ ਦਾ ਸਾਰਾ ਸਿਸਟਮ ਕਿਵੇਂ ਬਣਿਆ, ਕਿਸ ਪਾਸੇ ਨੂੰ ਇਹ ਚੱਲ ਪਿਆ, ਕਿਵੇਂ ਇਸ ਨੂੰ ਠੀਕ ਕੀਤਾ ਜਾ ਸਕਦਾ, ਇਹਨਾਂ ਸਾਰੇ ਸਵਾਲਾਂ 'ਤੇ ਅਸੀਂ ਗੱਲ ਕਰਾਂਗੇ। ਅਤੇ ਸਾਡੇ ਨਾਲ ਸਟੂਡੀਓ 'ਚ ਮੀਨਾਕਸ਼ੀ ਜੀ ਨੇ, ਇਹ ਕੌਮੈਂਟ ਕਰਦੇ ਨੇ ਜਿਹੜੇ ਪੋਲਿਸੀ ਇਸ਼ੂ ਦੇ ਉੱਤੇ। ਪ੍ਰੋਫੈਸ਼ਨ ਵਜੋਂ ਇਹ ਲਾਇਰ ਨੇ ਅਤੇ ਪਿਛਲੇ ਕਾਫੀ ਸਮੇਂ ਤੋਂ ਕੈਨੇਡੀਅਨ ਜਿਹੜੇ ਪੋਲਿਸੀ ਦੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ 'ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਅਤੇ ਅੱਜ ਅਸੀਂ ਇਸ ਪੱਖ ਤੋਂ ਇਹ ਗੱਲਬਾਤ ਕਰਾਂਗੇ। ਇੱਕ ਵੱਡਾ ਚੈਲੰਜ ਵੀ ਹੈ, ਜੇ ਅਸੀਂ ਅਗਲੇ ਸਾਲ ਇਲੈਕਸ਼ਨ ਕੰਟਰੀ ਦੀਆਂ ਹੋਣੀਆਂ, ਅਤੇ ਉਸ ਤੋਂ ਪਹਿਲਾਂ ਜੇ ਅਸੀਂ ਕੁਛ ਮੇਜਰ ਜਿਹੜੇ ਚੈਲੰਜਸ ਨੇ ਕੰਟਰੀ ਦੇ ਸਾਹਮਣੇ ਉਹਨਾਂ 'ਚ ਦੇਖੀਏ, ਅਤੇ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਉੱਤੇ ਰਿਫੋਰਮ ਦੀ ਜ਼ਰੂਰਤ ਹੈ, ਜਿਹਦੇ ਉੱਤੇ ਗੱਲਬਾਤ ਦੀ ਜ਼ਰੂਰਤ ਹੈ, ਜਿਹਦੇ 'ਚ ਤਬਦੀਲੀਆਂ ਦੀ ਜ਼ਰੂਰਤ ਹੈ। ਸੋ ਇਹ ਜਿਹੜਾ ਡੀਸੈਂਟਰਲਾਈਜੇਸ਼ਨ ਦਾ ਜਿਹੜਾ ਸਾਡਾ ਇੱਕ ਬਹੁਤ ਵੱਡਾ, ਜਿਸ ਨੂੰ ਅਸੀਂ ਕਿਸੇ ਵੇਲੇ ਪ੍ਰਾਪਤੀ ਸਮਝਦੇ ਸੀ, ਇਹ ਕਿਵੇਂ ਇੱਕ ਰੁਕਾਵਟ ਬਣ ਗਿਆ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। ਮੀਨਾਕਸ਼ੀ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਗੁੱਡ ਮਾਰਨਿੰਗ ਸ਼ਮੀਲ ਜੀ, ਗੁੱਡ ਮਾਰਨਿੰਗ ਟੋਰਾਂਟੋ। ਅਤੇ ਥਿਓਰੈਟੀਕਲੀ ਇਹ ਬਹੁਤ ਸੋਹਣੀ ਚੀਜ਼ ਲੱਗਦੀ ਹੈ ਪੇਪਰ ਦੇ ਉੱਤੇ ਕਿ ਅਸੀਂ ਡੀਸੈਂਟਰਲਾਈਜ਼ ਕੀਤਾ ਹੋਇਆ ਫੈਡਰਲ ਸਟਰਕਚਰ ਹੈ, ਕਿਸੇ ਇੱਕ ਲੈਵਲ ਦੀ ਗਵਰਨਮੈਂਟ ਕੋਲ ਕੋਈ ਪਾਵਰ ਨਹੀਂ ਹੈ, ਕੋਈ ਉਹ। ਸੋ ਮੇਰੇ ਖਿਆਲ ਹੈ ਸ਼ਾਇਦ ਇਸ ਡਰ 'ਚੋਂ ਬਣਾਇਆ ਕਿ ਕੋਈ ਪਾਵਰ ਨੂੰ ਸੈਂਟਰਲਾਈਜ਼ ਨਾ ਕਰ ਲਵੇ ਕੋਈ ਇੱਕ ਗਵਰਨਮੈਂਟ।
ਤੇ ਆਈਡੀਆ ਪਿੱਛੇ ਗ੍ਰੈਂਡ ਆਈਡੀਆ, ਜਿਹੜੇ ਗ੍ਰੇਟ ਆਈਡੀਆਜ਼ ਮਾਡਰਨ ਸੈਂਚੁਰੀ 'ਚ ਅਸੀਂ ਪ੍ਰੋਡਿਊਸ ਕੀਤੇ ਕਿ ਜੇ ਪਾਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ 'ਚ ਤੁਸੀਂ ਵੰਡੋ ਤੇ ਉਹ ਜ਼ਿਆਦਾ ਰਿਸਪੋਂਸਿਵ ਗਵਰਨਮੈਂਟਸ ਹੋ ਸਕਦੀਆਂ ਤੇ ਕਿਸੇ ਦੇ ਡਿਕਟੇਟਰ ਬਣਨ ਦਾ ਖਤਰਾ ਜਾਂ ਆਪ ਖੁਦਰੀਆਂ ਕਰਨ ਦਾ ਖਤਰਾ ਮਿਨੀਮਾਈਜ਼ ਕੀਤਾ ਜਾ ਸਕਦਾ। ਪਰ ਹੋਇਆ ਇਹ ਹੈ ਕਿ ਅਸੀਂ ਡਿਸਫੰਕਸ਼ਨਲ ਗਵਰਨਮੈਂਟਸ ਬਣਾ ਦਿੱਤੀਆਂ। ਹਾਂਜੀ। ਸ਼ਮੀਲ ਜੀ, ਥੋੜ੍ਹੀ ਇਹਦੀ ਆਪਾਂ ਹਿਸਟਰੀ 'ਚ ਜਾਈਏ ਜਸਟ ਆਪਣੇ ਲਿਸਨਰਸ ਵਾਸਤੇ। 1867 ਜਿਹੜਾ ਆਪਣਾ ਕੌਂਸਟੀਟਿਊਸ਼ਨ ਐਕਟ ਹੈ, ਜਿਹੜੇ ਆਪਣੇ ਫਾਊਂਡਿੰਗ ਫਾਦਰਸ ਜਾਂ ਫਾਊਂਡਿੰਗ ਪਰਸਨਸ ਕਹਿ ਸਕਦੇ ਹਾਂ, ਉਹਨਾਂ ਨੇ ਜੋ ਸੋਚਿਆ ਹੋਣਾ ਉਸ ਟਾਈਮ 'ਤੇ, ਜੋ ਕਿ ਹੁਣ ਇਟਸ ਮੋਰ ਦੈਨ ਲਾਈਕ 1.5 ਸੈਂਚੁਰੀ ਓਲਡ, ਜੋ ਉਹਨਾਂ ਨੇ ਇਨਵਿਜ਼ਨ ਕੀਤਾ। ਦੇਖੋ, ਇਸ ਤਰ੍ਹਾਂ ਦੀ ਇਕੋਨਮੀ ਉਦੋਂ ਨਹੀਂ ਸੀ, ਇਸ ਤਰ੍ਹਾਂ ਦੀ ਲਾਈਫ ਸਟਾਈਲਸ ਉਦੋਂ ਨਹੀਂ ਸੀਗੇ। ਬਹੁਤ ਲੌਜਿਕਲੀ ਉਹਨਾਂ ਨੇ ਸੋਚਿਆ ਹੋਊਗਾ ਕਿ ਨੈਚੁਰਲੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਜਾਂ ਆਪਣਾ ਸੈਂਟਰਲ ਪਾਰਲੀਮੈਂਟਰੀ ਸਿਸਟਮ ਹੈ, ਕਿਉਂਕਿ ਇਟਸ ਡਿਫਰੈਂਟ ਲੈਵਲਸ ਆਫ ਲੈਜਿਸਲੇਸ਼ਨ ਐਜ਼ ਡੈਮੋਕ੍ਰੇਸੀ ਦੀ ਇੱਕ ਹਾਲਮਾਰਕ ਹੈ ਕਿ ਹਰ ਇੱਕ ਲੈਜਿਸਲੇਚਰ ਦਾ ਆਪਦਾ ਰੋਲ ਆ। ਇੰਡੀਆ 'ਚ ਵੀ ਆਪਾਂ ਦੇਖਦੇ ਹਾਂ, ਯੂਨਾਈਟਿਡ ਕਿੰਗਡਮ 'ਚ ਵੀ ਦੇਖਦੇ ਹਾਂ, ਹੋਰ ਕੰਟਰੀਜ਼, ਕਾਮਨਵੈਲਥ ਕੰਟਰੀਜ਼ 'ਚ ਆ, ਕੈਨੇਡਾ 'ਚ ਵੀ ਸਿਮਿਲਰਲੀ ਹੈ। ਸੋ ਜਿਹੜੀ ਆਪਣੀ ਸੈਂਟਰਲ ਪਾਰਲੀਮੈਂਟ ਹੈ, ਉਹਨਾਂ ਦੀਆਂ ਕੁਛ ਰੋਲਸ ਐਂਡ ਰਿਸਪੋਂਸਿਬਿਲਿਟੀਜ਼ ਨੇ, ਜਿਹੜੀਆਂ ਪ੍ਰੋਵਿੰਸ਼ੀਅਲਸ ਨੇ ਜਾਂ ਸਟੇਟ ਆਪਾਂ ਇੰਡੀਆ 'ਚ ਜੇ ਦੇਖੀਏ ਤਾਂ ਉਹਨਾਂ ਦੀਆਂ ਆਪਦੀਆਂ ਰੋਲਸ ਐਂਡ ਰਿਸਪੋਂਸਿਬਿਲਿਟੀਜ਼ ਨੇ। ਆਈ ਥਿੰਕ ਬਹੁਤ ਲੌਜੀਕਲ ਸੈਪਰੇਸ਼ਨ, ਜਿਵੇਂ ਡਿਫੈਂਸ ਹੋ ਗਿਆ ਉਹ ਫੈਡਰਲ ਕੋਲ ਚਲਾ ਗਿਆ, ਜਾਂ ਕ੍ਰਿਮੀਨਲ ਕੋਡ ਦੀ ਐਨਫੋਰਸਮੈਂਟ ਲੈਜਿਸਲੇਸ਼ਨ ਪਾਵਰਸ ਹੋ ਗਈਆਂ, ਉਹ ਸਾਰੀਆਂ ਆਪਣੇ ਫੈਡਰਲ ਕੋਲ ਚਲੇ ਗਈਆਂ। ਜਿਹੜੇ ਲੋਕਲ ਮੁੱਦੇ ਨੇ, ਜਿਵੇਂ ਹਾਈਵੇਜ਼ ਹੋ ਗਏ ਜਾਂ ਟ੍ਰੇਡ ਐਂਡ ਕਾਮਰਸ ਹੋ ਗਿਆ, ਪ੍ਰੋਵਿੰਸਿਸ ਕੋਲ ਚਲਾ ਗਿਆ। ਹੈਲਥ ਆ ਜਿਹੜਾ, hospitals and so forth, ਉਹ ਆਪਣੇ ਅਗੇਨ ਪ੍ਰੋਵਿੰਸਿਸ ਕੋਲ ਚਲਾ ਗਿਆ। ਆਈ ਥਿੰਕ ਉਹ ਜੋ ਉਹਨਾਂ ਨੇ ਵਿਊ ਕੀਤਾ ਹੋਣਾ ਕਿ ਇਹ ਕਿਸ ਤਰੀਕੇ ਨਾਲ ਦੋਨੋਂ ਸਾਈਡਸ ਆਫ ਗਵਰਨਮੈਂਟਸ ਔਰ ਡਿਫਰੈਂਟ ਲੈਵਲਸ ਆਫ ਗਵਰਨਮੈਂਟਸ ਇਕੱਠੇ ਰਲ ਕੇ ਕੰਮ ਕਰ ਸਕਦੀਆਂ। ਪਰ ਉਹਦੇ ਨਾਲ ਹੋਇਆ ਕੀ ਆ, ਹਰ ਇੱਕ ਗਵਰਨਮੈਂਟ ਆਪਦਾ ਕੰਮ ਕਰ ਰਹੀ, ਉਹ ਆਲੇ ਦੁਆਲੇ ਕੰਸਲਟ ਨਹੀਂ ਕਰ ਰਹੀ, ਦੇਖ ਨਹੀਂ ਰਹੀ ਕਿ ਇਵੈਂਚੁਅਲੀ ਇਹ ਜੋ ਅਸੀਂ ਕ੍ਰੀਏਟ ਕਰ ਰਹੇ ਹਾਂ ਇਹਦਾ ਬਾਕੀ ਕੰਟਰੀ 'ਤੇ ਕੀ ਅਸਰ ਹੋ ਰਿਹਾ ਹੈ। ਤਾਂ ਹਰ ਇੱਕ ਪ੍ਰੋਵਿੰਸ ਕੋਈ ਆਪਣੀ ਇੱਕ ਇੰਡੀਵਿਜੂਅਲ ਗਵਰਨਮੈਂਟ ਨਹੀਂ ਹੈ ਜਾਂ ਆਪਣਾ ਇੱਕ ਇੰਡੀਵਿਜੂਅਲ ਕੰਟਰੀ ਨਹੀਂ ਹੈ। ਇਟ ਇਜ਼ ਅ ਸਮॉल piece of operating system within a larger operating system, right? So ਜਿਵੇਂ ਹਰ ਇੱਕ ਕਾਰ ਦੇ ਵਿੱਚ ਜੇ 50 ਕੰਪੋਨੈਂਟਸ ਨੇ, ਉਹ 50 ਕੰਪੋਨੈਂਟਸ ਨੇ ਇਕੱਠੇ ਚੱਲ ਕੇ ਕੰਮ ਕਰਨਾ, ਤਾਂ ਕਾਰ ਨੇ ਆਪਣੀ ਨੇ ਉਹਦਾ ਕੰਮ ਕਰਨਾ, ਜੋ ਕਿ ਟਰੈਵਲ ਕਰਨਾ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ 'ਤੇ ਲੈ ਕੇ ਜਾਣਾ। ਸਿਮਿਲਰਲੀ ਇਜ਼ ਅ ਕੰਟਰੀ, ਇਸੇ ਤਰ੍ਹਾਂ ਹੀ ਆਪਣੀਆਂ ਕੋਆਪਰੇਸ਼ਨਸ ਨੇ, ਹਰ ਇੱਕ ਡਿਪਾਰਟਮੈਂਟ ਦਾ ਆਪਦਾ ਰੋਲ ਆ, ਪਰ ਉਹ ਰੋਲ ਇੰਨੇ ਬਾਈਫਰਕੇਟਡ ਨਹੀਂ ਹੋ ਸਕਦੇ ਕਿ ਜੋ ਮੇਨ ਗੋਲ ਵਾ ਉਸ ਆਰਗੇਨਾਈਜੇਸ਼ਨ ਦਾ ਉਹ ਕਰ ਨਾ ਸਕੇ। ਸੇਮ ਵੇ ਆਪਣੀ ਕੰਟਰੀ ਆ। ਸੋ ਆਈ ਥਿੰਕ ਉਹ ਓਵਰ 1.5 ਸੈਂਚੁਰੀਜ਼ ਆਫਟਰ ਦ ਕੌਂਸਟੀਟਿਊਸ਼ਨ ਐਕਟ, ਉਹ ਡਿਵੀਜ਼ਨ ਆਫ ਪਾਵਰਸ ਨੇ ਇੰਨੀ ਕੁ ਓਵਰ ਰੈਗੂਲੇਸ਼ਨ ਕਰਤੀ, ਆਪਾਂ ਰੂਲ 'ਤੇ ਰੂਲ, ਲਾਅ 'ਤੇ ਲਾਅ। ਹੁਣ 2019 'ਚ ਇੱਕ ਸਟੱਡੀ ਆਈ ਸੀ ਜਿਹਦੇ 'ਚ ਦੱਸਿਆ, ਐਂਡ ਉਹ ਸਟੈਟਿਸਟਿਕਸ ਕੈਨੇਡਾ ਦੇ ਫਾਰਮਰ ਇਕੋਨੋਮਿਕ ਐਨਾਲਿਸਟ ਸੀਗੇ, ਫਿਲਿਪ ਕ੍ਰਾਸ, ਉਹਨਾਂ ਨੇ ਦੱਸਿਆ ਵੀ ਓਨਟੇਰੀਓ ਅਲੋਨ ਦੇ ਵਿੱਚ, ਇਕੱਲੇ ਓਨਟੇਰੀਓ ਦੇ ਵਿੱਚ 3,80,000 ਰੈਗੂਲੇਸ਼ਨਸ ਨੇ। ਇਹ 2016 ਦੀ ਗੱਲ ਆ ਉਹਨਾਂ ਦੀ ਸਟੱਡੀ 'ਚ। ਅੱਛਾ ਜੀ। 3,80,000 ਰੈਗੂਲੇਸ਼ਨਸ, ਵਿਚ ਮੀਨਸ ਕਿ ਜਿਹੜੇ ਬਿਜ਼ਨਸਿਸ ਆਪਰੇਟ ਕਰ ਰਹੇ ਆ, ਛੋਟੇ ਬਿਜ਼ਨਸਿਸ ਨੇ ਮੋਸਟਲੀ, ਜਿਹੜੀਆਂ ਮਤਲਬ ਜਿਹੜੇ ਪ੍ਰੋਵਿੰਸ਼ੀਅਲ ਲੈਵਲ 'ਤੇ ਆਪਰੇਟ ਕਰਦੇ ਨੇ, ਕੁਛ ਵੱਡੇ ਵੀ ਨੇ, ਉਹਨਾਂ ਨੂੰ ਇੰਨੇ ਜ਼ਿਆਦਾ ਲਾਜ਼ ਅਤੇ ਰੂਲਸ ਦੇ ਵਿੱਚੋਂ ਹੂਪ ਕਰਕੇ ਕੰਮ ਕਰਨਾ ਪੈਂਦਾ। ਸਿਮਿਲਰਲੀ ਇੱਕ ਹੋਰ ਸੈਪਰੇਟ ਰਿਪੋਰਟ 'ਚ ਸੀਗਾ ਵੀ ਫੈਡਰਲ ਲੈਵਲ 'ਤੇ 1,85,000 ਤੋਂ ਉੱਤੇ ਲਾਜ਼ ਅਤੇ ਰੈਗੂਲੇਸ਼ਨਸ ਨੇ। ਹੁਣ ਤੁਸੀਂ ਦੇਖੋ, ਇੰਨੇ ਓਵਰਲੀ ਰੈਗੂਲੇਟਡ ਸਿਸਟਮ ਦੇ ਵਿੱਚੋਂ ਨੈਵੀਗੇਟ ਕਰਨਾ, ਟ੍ਰੇਡ ਐਂਡ ਕਾਮਰਸ ਕਿੱਦਾਂ ਸਰਵਾਈਵ ਕਰੂਗਾ? ਤੁਸੀਂ ਆਰਗੂਮੈਂਟ ਤਾਂ ਫਿਰ ਇਹ ਦਿੱਤੀ ਜਾਊਗਾ ਨਾ ਕਿ ਜੀ ਅਸੀਂ ਕਿਤੇ ਹੋਏਗਾ ਲੇਬਰ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ, ਕਿਸੇ ਹੋਏਗਾ ਮਾਈਨੋਰਟੀ ਗਰੁੱਪਸ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ, ਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਲਈ, ਕਿਤੇ ਕਲਾਈਮੇਟ ਨੂੰ ਪ੍ਰੋਟੈਕਟ ਕਰਨ ਲਈ, ਕਦੇ ਕੁਛ ਇਹਨਾਂ ਚੀਜ਼ਾਂ ਵਾਸਤੇ ਬਣਾਏ ਗਏ ਨਾ ਕਾਨੂੰਨ। ਜੇ ਕੋਈ ਇਹਨਾਂ ਨੂੰ ਲਾਜ਼ ਨੂੰ ਚੈਲੰਜ ਕਰੂਗਾ, ਕਹੋਗੇ ਤੁਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹੋ। ਗੱਲ ਚੀਜ਼ਾਂ ਦੇ ਖਿਲਾਫ ਦੀ ਨਹੀਂ ਹੈ ਸ਼ਮੀਰ ਜੀ। ਇੱਕ ਬਹੁਤ ਮਤਲਬ ਆਪਣੇ ਸਾਹਮਣੇ ਲਾਈਵ ਐਗਜ਼ਾਮਪਲ ਆ, ਆਪਣੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਸੀ, ਕੰਟਰੋਲਡ ਬਾਏ ਦ ਫੈਡਰਲ ਗਵਰਨਮੈਂਟ। ਕੋਈ ਉਹਨਾਂ ਨੇ ਇਹ ਨਹੀਂ ਧਿਆਨ ਦਿੱਤਾ ਜਾਂ ਤਵੱਜੋ ਨਹੀਂ ਦਿੱਤੀ ਕਿ ਇਹਦਾ ਅਲਟੀਮੇਟਲੀ ਰਿਪਰਕਸ਼ਨਸ ਕੀ ਹੋਣੇ ਨੇ ਪ੍ਰੋਵਿੰਸਿਸ 'ਤੇ, ਕਿਉਂਕਿ ਜਿਹੜੇ ਆਪਾਂ ਆਊਟਸਾਈਡਰਸ, ਆਪਾਂ ਪਾਪੂਲੇਸ਼ਨਸ ਲੈ ਕੇ ਆ ਰਹੇ ਹਾਂ, ਕਿ ਉਹਨਾਂ ਕੋਲ ਪ੍ਰੋਵਿੰਸਿਸ ਦੇ ਵਿੱਚ ਇੰਨੀ ਕੈਪੈਸਿਟੀ ਹੈ ਹਾਊਸਿੰਗ ਦੀ, ਉਹਨਾਂ ਕੋਲ ਜੋਬਸ ਦੀ ਕਪੈਸਿਟੀ ਹੈ, ਉਹਨਾਂ ਕੋਲ ਅੱਗੇ ਰੀਹੈਬਲੀਟੇਸ਼ਨ ਦੀ ਕਪੈਸਿਟੀ ਹੈ। ਠੀਕ ਹੈ, ਤੁਸੀਂ ਇੱਕ ਬਹੁਤ ਆਪਣੀ ਮੈਂਡੇਟ ਦੇ ਵਿਦਨ, ਜੋ ਤੁਹਾਡਾ ਡਿਵੀਜ਼ਨ ਆਫ ਪਾਵਰ ਨੇ ਤੁਹਾਨੂੰ ਰੋਲ ਦਿੱਤਾ ਹੋਇਆ ਵੀ ਇਮੀਗ੍ਰੇਸ਼ਨ, ਕੰਟਰੀ ਦੀ ਇਮੀਗ੍ਰੇਸ਼ਨ ਨੂੰ ਤੁਸੀਂ ਪੋਜ਼ੀਟਿਵ 'ਚ ਰੱਖਣਾ, ਰਾਈਟ, ਉਹ ਤੁਸੀਂ ਕਰ ਰਹੇ ਹੋ। ਬਟ ਕੀ ਤੁਸੀਂ ਸੋਚਿਆ ਕਿ
ਅਸੀਂ ਕੰਸਲਟ ਸਿਟੀਜ਼ ਦਾ ਕੀ ਕਰੀਏ, ਬਣਨਾ, ਸਿਟੀਜ਼ ਅਸੀਂ ਦਾ ਕੀ ਕੰਸਲਟ ਬਣਨਾ ਕਰੀਏ, ਸਪੈਸ਼ਲੀ? ਅਸੀਂ ਕੰਸਲਟ ਕਰੀਏ, ਅਸੀਂ ਕੰਸਲਟ ਕਰਕੇ ਪਲਾਨ ਕਰਕੇ ਫਿਰ ਇਸ ਚੀਜ਼ ਨੂੰ ਇੰਪਲੀਮੈਂਟ ਕਰੀਏ। ਐਂਡ ਵੀ ਨੋ ਲਿਟਰਲੀ ਵੀ ਹੁਣ ਇਹ ਕਲॉ ਬੈਕ ਕਰ ਰਹੀ ਆ ਗਵਰਨਮੈਂਟ ਕਿ ਜੀ ਹਾਂਜੀ ਸਾਡੇ ਤੋਂ ਗਲਤੀ ਹੋ ਗਈ। ਆਫ ਕੋਰਸ ਇਹ ਨਹੀਂ ਕਹਿਣਗੇ, ਬਟ ਆਪਾਂ ਨੂੰ ਪਤਾ ਵਾ ਤੁਸੀਂ ਕਿੰਨੇ ਸ਼ੋਅਜ਼ ਕੀਤੇ ਨੇ, ਆਪਾਂ ਕਿੰਨੇ ਹੋਰ ਵਾਰੀ ਇਸ ਚੀਜ਼ ਬਾਰੇ ਗੱਲਬਾਤ ਕੀਤੀ। ਆਪਣੇ ਸਟੂਡੈਂਟਸ ਕਿੰਨੇ ਖਰਾਬ ਹੋਏ ਨੇ, ਕਿੰਨੇ ਮਤਲਬ ਇਰਰਿਸਪੋਂਸਿਬਲ ਅਤੇ ਰੈਕਲੈਸ ਚੀਜ਼ਾਂ ਹੋਈਆਂ ਨੇ। ਆਈ ਐਮ ਸੋਰੀ ਟੂ ਸੇ ਦੈਟ, ਬਟ ਇਹ ਕਿਉਂ ਹੋਇਆ ਵਾ? ਬਿਕੋਜ਼ one side of the hand doesn't know what the other side of the hand is doing. So it's not about ਕਿ ਆਪਾਂ ਡੀਕਨਸਟਰਕਟ ਕਰਕੇ ਜਾਂ ਲਾਜ਼ ਨੂੰ ਤੋੜਨਾ ਵਾ ਜਾਂ ਲਾਜ਼ ਨੂੰ ਆਪਾਂ ਇਹ ਆ ਵੀ ਜੇ ਤੁਸੀਂ ਕੋਈ ਲਾਅ ਲੈ ਕੇ ਆ ਰਹੇ ਹੋ ਉਹਦੀ ਕੋਈ ਸੈਂਸ ਅਤੇ ਸੈਂਸਿਬਿਲਿਟੀ ਤਾਂ ਹੋਵੇ ਵੀ ਉਹ ਅੱਗੇ ਜਾ ਕੇ ਰਿਪਲ ਇਫੈਕਟ ਕੀ ਕਾਜ਼ ਕਰਦੀ ਆ। ਸਿਮਿਲਰਲੀ ਹੁਣ ਆਟੋ ਥੈਫਟ ਇਜ਼ ਅ ਬਿਗ ਕ੍ਰਾਈਸਿਸ ਸਟਿਲ, ਹਜੇ ਸੋਲਵ ਨਹੀਂ ਹੋਇਆ। ਇਹਨਾਂ ਨੂੰ ਆਲਮੋਸਟ 2 ਸਾਲ ਤੋਂ ਉੱਤੇ ਹੋ ਗਏ। ਫੈਡਰਲ ਲੈਵਲ 'ਤੇ ਇਹਨਾਂ ਨੇ ਨੇਸ਼ਨ ਵਾਈਡ ਇਹਨਾਂ ਨੇ ਗੋਡ ਨੋਜ਼ ਕਿੰਨੇ ਪੈਸੇ ਟੈਕਸ ਪੇਅਰ ਪੈਸੇ ਲਾ ਕੇ ਇਹਨਾਂ ਨੇ ਉਹ ਆਪਣਾ ਸਮਿਟ ਕੀਤਾ ਇੱਕ ਵੈਰੀ ਬੇਸਿਕ ਚੀਜ਼ ਨੂੰ ਸਮਝਣ ਵਾਸਤੇ। ਪ੍ਰੋਬਲਮ ਕੀ ਆ? ਪ੍ਰੋਬਲਮ ਇਹ ਹੈ ਕਿ ਜੂਰਿਸਟਿਕਸ਼ਨਸ ਨਹੀਂ ਹੈਗੀਆਂ ਸਹੀ ਲੈਵਲ 'ਤੇ। ਸੋ ਨਹੀਂ ਤੇ ਅਦਰਵਾਈਜ਼ ਕਿਸੇ ਹੋਰ ਕੰਟਰੀ 'ਚ ਜਿੱਥੇ ਇੰਨੀਆਂ ਰੈਗੂਲੇਸ਼ਨ ਨਾ ਹੋਣ ਅਤੇ ਉਹਨਾਂ ਲਈ ਕ੍ਰਾਈਮ ਸਿੰਪਲ ਕ੍ਰਾਈਮ ਹੈ, ਉਹਨਾਂ ਨੇ ਸਿੱਧਾ ਉਹਦੇ ਨਾਲ ਡੀਲ ਕਰ ਲੈਣਾ ਸੀ। ਹਾਂਜੀ, ਇੱਥੇ ਹੁਣ ਕਿੰਨਾ ਕੁਛ ਉਹਨਾਂ ਨੂੰ ਪਹਿਲਾਂ ਤੁਸੀਂ ਸਬਮਿਟ ਕੀਤੀ ਆ, ਫਿਰ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਹੋ ਕਿਉਂ ਰਿਹਾ ਵਾ। ਦੇਖੋ ਇਟਸ ਵੈਰੀ ਕਾਮਨ ਸੈਂਸ ਥਿੰਗ ਕਿ ਇੱਕ ਜਗ੍ਹਾ ਤੋਂ ਕਾਰ ਇੱਕ ਪ੍ਰੋਵਿੰਸ 'ਚੋਂ ਜਾਂ ਇੱਕ ਸਟੇਟ ਤੋਂ ਜਾਂ ਇੱਕ ਟੈਰੀਟਰੀ 'ਚੋਂ ਕਾਰ ਚੋਰੀ ਹੋ ਰਹੀ ਆ, ਉੱਥੇ ਦੀ ਜਿਹੜੀ ਲੋਕਲ ਪੁਲਿਸ ਆ ਉਹਨਾਂ ਦੀ ਜੂਰਿਸਟਿਕਸ਼ਨ ਸੋ ਫਾਰ ਆ, ਰਾਈਟ। ਉਹ ਜੂਰਿਸਟਿਕਸ਼ਨ ਪਾਸ ਓਵਰ ਹੁੰਦੀ ਆ ਓਨਟੇਰੀਓ ਪ੍ਰੋਵਿੰਸ਼ੀਅਲ ਲੈਵਲ 'ਤੇ। ਉਹਨਾਂ ਦੀ ਜੂਰਿਸਟਿਕਸ਼ਨ ਪੋਰਟ ਅਥਾਰਟੀਜ਼ ਤੱਕ ਨਹੀਂ ਹੈਗੀ। ਉਹਨਾਂ ਦੀ ਉਹ ਸਰਚ ਵਾਰੰਟ ਦੀ ਅਥਾਰਟੀਜ਼ ਨਹੀਂ ਹੈਗੀਆਂ ਅਨਲੈਸ ਦੇ ਐਕਚੁਅਲੀ ਹੈਵ ਅ ਵਾਰੰਟ ਟੂ ਸਰਚ ਈਚ ਐਂਡ ਐਵਰੀ ਕੰਟੇਨਰ, ਰਾਈਟ। ਸਿਰਫ ਜਿਹੜੇ ਕਸਟਮ ਆਫਿਸਰਸ ਆ ਉਹਨਾਂ ਕੋਲੋਂ ਅਥਾਰਟੀ ਆ। ਆਪਾਂ ਨੂੰ ਪਤਾ ਕਿ ਮੌਂਟਰੀਅਲ ਦਾ ਪੋਰਟ ਸਭ ਤੋਂ ਨੇੜੇ ਆ ਟੋਰਾਂਟੋ ਨਾਲੋਂ। ਵੈਰੀ ਵੈਲ ਕਨੈਕਟਡ ਬਾਏ ਰੋਡ, ਵੈਰੀ ਵੈਲ ਕਨੈਕਟਡ ਬਾਏ ਰੇਲਸ। ਅਤੇ 1.7 ਮਿਲੀਅਨ ਕੰਟੇਨਰਸ ਹਰ ਸਾਲ ਸ਼ਿਪ ਹੁੰਦੇ ਨੇ ਮੌਂਟਰੀਅਲ 'ਚੋਂ। 70% ਆਫ ਦ ਲੈਜਿਟਮੇਟ ਆਊਟਗੋਇੰਗ ਆਟੋਮੋਬਾਈਲਸ ਜਿਹੜੀਆਂ ਐਕਚੁਅਲ ਲੀਗਲ ਆਟੋਮੋਬਾਈਲਸ ਨੇ, 70% ਉਹ ਮੌਂਟਰੀਅਲ ਪੋਰਟ ਤੋਂ ਐਗਜ਼ਿਟ ਹੁੰਦੀਆਂ ਨੇ। ਸੋ ਅਗਰ 70% ਲੈਜਿਟਮੇਟ ਅਤੇ ਮਤਲਬ ਕਾਨੂੰਨੀ ਤੌਰ 'ਤੇ ਵਹੀਕਲਸ ਬਾਹਰ ਜਾ ਰਹੀਆਂ ਨੇ ਤਾਂ ਉਹਦੇ ਵਿੱਚ ਜੇ 1, 2, 5, 6%, 10% ਤੁਸੀਂ ਇਲੀਗਲ ਵੀ ਛੁਪਾਤੀਆਂ ਜਾਂ ਲੁਕੋਤੀਆਂ ਜੋ ਕਿ ਇਹ ਕ੍ਰਿਮੀਨਲਸ ਕਰ ਰਹੇ ਸੀ, ਤਾਂ ਇਹ ਤਾਂ ਕੋਈ ਰੋਕਟ ਸਾਇੰਸ ਨਹੀਂ, ਇਹ ਤਾਂ ਕਾਮਨ ਸੈਂਸ ਵਾ ਨਾ। ਅਤੇ ਇਸ ਚੀਜ਼ ਨੂੰ ਕੈਚ ਕਰਨ ਨੂੰ ਸਾਨੂੰ 2.5-3 ਸਾਲ ਲੱਗ ਗਏ। ਆਟੋ ਇੰਸ਼ੋਰੈਂਸਿਸ ਵਾਲਿਆਂ ਨੂੰ ਮੌਕਾ ਮਿਲ ਗਿਆ ਆਪਣੇ ਆਟੋ ਇੰਸ਼ੋਰੈਂਸਿਸ ਦੇ ਰੇਟ ਬਣਾਉਣ ਦਾ। ਮਤਲਬ ਇਹ ਇਨ ਮਾਈ ਵਿਊ ਦਿਸ ਇਜ਼ ਸਟੂਪਿਡਿਟੀ ਇਫ ਯੂ ਆਸਕ ਮੀ, ਕਿ ਇੱਕ ਸਾਈਡ ਆਫ ਗਵਰਨਮੈਂਟ ਨੂੰ ਇਹ ਨਹੀਂ ਪਤਾ ਕਿ ਅਸੀਂ ਦੂਜੀ ਸਾਈਡ ਆਫ ਗਵਰਨਮੈਂਟ ਨਾਲ ਕਿਸ ਤਰ੍ਹਾਂ ਕੋਆਰਡੀਨੇਟ ਕਰਕੇ ਕੰਮ ਕਰਨਾ ਵਾ। ਇਹ ਰੈੱਡ ਟੇਪ ਦਾ ਹੀ ਨਤੀਜਾ ਵਾ। ਮੀਨਾਕਸ਼ੀ ਜੀ, ਜਿਵੇਂ ਤੁਸੀਂ ਗੱਲ ਕੀਤੀ, ਆਪਾਂ ਕ੍ਰਾਈਮ ਤੋਂ ਸ਼ੁਰੂ ਕੀਤੀ ਸੀ ਕਿ ਕ੍ਰਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਵੰਡ ਕੀਤੀ ਹੋਈ ਆ ਪਾਵਰਸ ਦੀ, ਉਹ ਕਿਵੇਂ ਰੁਕਾਵਟ ਬਣ ਰਹੀ ਹੈ ਸਿੰਪਲ ਇੱਕ ਚੀਜ਼ ਨਾਲ ਡੀਲ ਕਰਨ ਲਈ। ਹਾਂਜੀ। ਅਤੇ ਪਰ ਇਸ ਦਾ ਜਿਹੜਾ ਸਭ ਤੋਂ ਸੀਰੀਅਸ ਇਫੈਕਟ ਪੈਂਦਾ, ਉਹ ਪੈਂਦਾ ਟਰੇਡਸ ਦੇ ਉੱਤੇ, ਬਿਜ਼ਨਸ ਦੇ ਉੱਤੇ, ਇਕੋਨਮੀ ਦੇ ਉੱਤੇ। ਹਾਂਜੀ। ਥੋੜ੍ਹਾ ਜਿਹਾ ਉਹ ਦੱਸੋਗੇ ਕਿ ਕਿਵੇਂ ਇਫੈਕਟ ਕਰ ਰਿਹਾ? ਸ਼ਮੀਲ ਜੀ, 2016 'ਚ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਇੱਕ ਸਟੱਡੀ ਆਈ ਸੀ। ਉਹਨਾਂ ਨੇ ਸਪੈਸੀਫਿਕਲੀ ਕੈਨੇਡਾ ਦੇ ਬਾਰੇ ਲਿਖਿਆ ਸੀ ਇਸ ਸਟੱਡੀ ਦੇ ਵਿੱਚ। ਐਂਡ ਉਹ ਸਟੱਡੀ ਤੋਂ ਬਾਅਦ 2019, 2020 ਐਂਡ ਐਜ਼ ਰੀਸੈਂਟ ਐਜ਼ 2023 ਦੇ ਵਿੱਚ ਵੀ ਕਾਫੀ ਪੀਅਰ ਸਟੱਡੀਜ਼ ਪਬਲਿਸ਼ ਹੋਈਆਂ ਨੇ ਵੀ ਕੈਨੇਡਾ ਇੱਕ ਇਹੋ ਜਿਹੀ ਕੰਟਰੀ ਆ ਜੋ ਕਿ ਬਹੁਤ ਜ਼ਿਆਦਾ ਓਵਰ ਰੈਗੂਲੇਟਡ ਵਾ। ਐਂਡ ਉਹਦੇ ਕਰਕੇ ਟਰੇਡ ਐਂਡ ਕਾਮਰਸ ਨੂੰ, ਆਪਦੇ ਇੰਟਰਨਲ ਟਰੇਡ ਐਂਡ ਕਾਮਰਸ ਨੂੰ ਉਹ ਕਿਲ ਕਰ ਰਿਹਾ ਵਾ। ਆਪਣੀ ਫਰੀ ਮੂਵਮੈਂਟ ਆਫ ਗੁੱਡਸ ਨਹੀਂ ਹੈਗੀਆਂ ਕੰਟਰੀ ਦੇ ਵਿਦਿਨ। ਸੂਬੇ ਤੋਂ ਸੂਬੇ ਤੱਕ ਆਪਾਂ ਫਰੀਲੀ ਉਹ ਨਹੀਂ ਮੂਵ ਕਰਦੇ ਆਪਣੇ ਟਰੇਡ। ਆਪਾਂ ਆਪਣੀ ਲੇਬਰ ਦੀ ਮੂਵਮੈਂਟ, ਠੀਕ ਆ, ਫਿਜ਼ੀਕਲੀ ਆਪਾਂ ਕਦੇ ਵੀ ਕਿਤੇ ਵੀ ਜਾ ਸਕਦੇ ਹਾਂ, ਪਰ ਉਹ ਫਿਜ਼ੀਕਲ ਮੂਵਮੈਂਟ ਇਜ਼ ਨਾਟ ਪ੍ਰੋਫੈਸ਼ਨਲ ਮੂਵਮੈਂਟ। ਸੋ ਅਗਰ ਕੋਈ ਇਲੈਕਟ੍ਰੀਸ਼ਨ ਸਰਟੀਫਾਈਡ ਲਾਇਸੈਂਸਡ ਹੈ ਓਨਟੇਰੀਓ ਦੇ ਵਿੱਚ, ਉਹ ਕਿਸੇ ਹੋਰ ਪ੍ਰੋਵਿੰਸ 'ਚ ਜਾ ਕੇ ਨਹੀਂ ਕਰ ਸਕਦਾ ਪ੍ਰੈਕਟਿਸ ਆਪਣੀ ਟਰੇਡ ਨੂੰ। ਇੱਕੋ ਹੀ ਕੰਟਰੀ ਆ, ਇੱਕੋ ਹੀ ਕੰਟਰੀ ਆ, ਹੈ ਨਾ। ਅਤੇ ਇੱਕ ਪ੍ਰੋਪਰ ਮੈਕੈਨਿਜ਼ਮ ਨਾਲ ਉਹਦੀ ਵੈਟਿੰਗ ਹੁੰਦੀ ਆ, ਪ੍ਰੋਪਰ ਉਹਦੀ ਟ੍ਰੇਨਿੰਗ ਹੁੰਦੀ ਹੈ, ਅਪ੍ਰੈਂਟਿਸਸ਼ਿਪ ਹੁੰਦੀ ਹੈ, ਲਾਇਸੈਂਸਿੰਗ ਬਾਡੀ ਹੈ ਉਹਨਾਂ ਦੀ। ਪਰ ਇੱਕ ਲਾਇਸੈਂਸਿੰਗ ਬਾਡੀ ਦੂਜੀ ਲਾਇਸੈਂਸਿੰਗ ਬਾਡੀ ਦੇ ਨਾਲ ਕੋਈ ਉਹਨਾਂ ਦਾ ਤਾਲਮੇਲ ਹੀ ਨਹੀਂ ਹੈਗਾ। ਜਦ ਕਿ ਇਹ ਜਸਟ ਇੱਕ ਛੋਟੀ ਐਗਜ਼ਾਮਪਲ ਆ। ਆਪਣੇ ਕੋਲ ਫਿਜ਼ੀਸ਼ੀਅਨਸ ਦੀ ਕਿੰਨੀ ਕ੍ਰਾਈਸਿਸ ਆ। ਹੁਣ ਅਗਰ ਸਪੋਜ਼ ਕਰੋ ਕਿਸੇ ਪ੍ਰੋਵਿੰਸ 'ਚ ਜਿਵੇਂ ਅਟਲਾਂਟਿਕ ਕੈਨੇਡਾ ਹੈ, ਉੱਥੇ ਜੇ ਪਾਪੂਲੇਸ਼ਨ ਘੱਟ ਹੈ ਅਤੇ ਉੱਥੇ ਉਹਨਾਂ ਦੀਆਂ ਹੈਲਥ ਕੇਅਰ ਨੀਡਸ ਘੱਟ ਨੇ,
ਉਹ ਫਿਜ਼ੀਸ਼ੀਅਨਸ ਇੱਥੇ ਓਨਟਾਰੀਓ 'ਚ ਆ ਕੇ ਲਾਇਸੈਂਸ ਲੈਣ ਨੂੰ ਉਹਨਾਂ ਨੂੰ ਬਹੁਤ ਟਾਈਮ ਲੱਗ ਜੂਗਾ, ਪਰ ਉਹਨਾਂ ਨੂੰ ਰੀ-ਲਾਇਸੈਂਸ ਕਰਨਾ, ਰੀ-ਸਰਟੀਫਾਈ ਕਰਨਾ, ਇੱਥੇ ਦੀ ਲੋਕਲ ਜਿਹੜੀ ਰੈਗੂਲੇਟਰੀ ਉਹਨਾਂ ਦੀ ਅਥਾਰਟੀ ਆ ਫਿਜ਼ੀਸ਼ੀਅਨਸ ਦੀ, ਉਹਨਾਂ ਨਾਲ ਕਰਨਾ। ਸੇਮ ਵੇ ਲਾਇਰਸ ਨੇ। ਹੁਣ US ਦੇ ਵਿੱਚ 3-4 ਸਟੇਟਸ ਇਹੋ ਜਿਹੀਆਂ ਨੇ, ਜਿਵੇਂ ਕੈਲੀਫੋਰਨੀਆ ਹੋ ਗਈ ਜਾਂ ਨਿਊਯਾਰਕ ਹੋ ਗਈ, ਜਿਹਦੇ ਵਿੱਚ ਅਗਰ ਤੁਸੀਂ ਲਾਇਸੈਂਸਡ ਹੈਗੇ ਹੋ ਐਜ਼ ਅ ਲਾਇਰ, ਤਾਂ ਤੁਸੀਂ ਰੈਸਟ ਆਫ ਦ ਕੰਟਰੀ ਐਕਸੈਪਟ ਫॉर ਅ ਫਿਊ ਸਟੇਟਸ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਲਾਅ। ਕੈਨੇਡਾ 'ਚ ਨਹੀਂ ਹੈ, ਸਿਰਫ 2 ਪ੍ਰੋਵਿੰਸਿਸ 'ਚ ਰੈਸੀਪ੍ਰੋਸਿਟੀ ਹੈ, ਓਨਟਾਰੀਓ ਐਂਡ ਅਲਬਰਟਾ 'ਚ, ਬਾਕੀ ਨਹੀਂ ਹੈ। ਸੋ ਇਹ ਬਹੁਤ ਛੋਟੀਆਂ ਐਗਜ਼ਾਮਪਲਸ ਨੇ। ਔਰ ਇਹ ਕਮਾਲ ਦੀ ਗੱਲ ਇਹ ਹੈ ਜੀ, ਲਾਅ ਇੱਕੋ ਹੀ ਕੰਟਰੀ ਹੈ, ਹਾਂਜੀ, ਤੁਹਾਡਾ ਸੇਮ ਲਾਅ ਹੈ, ਕੋਈ ਬਾਹਰੋਂ ਤਾਂ ਨਹੀਂ ਬੰਦਾ ਪੜ੍ਹ ਕੇ ਆਇਆ। ਐਗਜ਼ੈਕਟਲੀ। ਜੇ ਤੁਸੀਂ ਵਿਦਨ ਕੰਟਰੀ ਵੀ ਇਹ ਆਸਾਨ ਨਹੀਂ ਬਣਾ ਸਕਦੇ, ਮਤਲਬ ਕਿ ਕਿਹੜੇ ਦਿਮਾਗ ਦੀ ਕਾਢ ਹੋਏਗੀ ਕਿ ਇਸ ਤਰ੍ਹਾਂ ਕਾਨੂੰਨ ਬਣਾਏ ਨੇ। ਐਂਡ ਇਹੀ ਪ੍ਰੋਬਲਮ ਹੈ, ਆਪਾਂ ਨੂੰ ਡੀਕਨਸਟਰਕਟ ਕਰਨ ਦੀ ਲੋੜ ਹੈ, ਰੀਇਵੈਲੂਏਟ ਕਰਨ ਦੀ ਲੋੜ ਹੈ ਵੀ ਇੰਨੀ ਰੈਡ ਟੇਪ ਕਿਉਂ? ਵੀ ਉਹ ਆਪਣਾ ਪਰਪਸ ਕੋਈ ਸੋਲਵ ਕਰ ਰਹੀ ਹੈ ਕਿ ਆਪਣੀ ਪ੍ਰੋਬਲਮਸ ਹੋਰ ਕ੍ਰੀਏਟ ਕਰ ਰਹੀ ਆ। 2016 ਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਖਬਰ ਫੈਲੀ ਸੀਗੀ। 2 ਯੰਗ ਬੱਚੇ ਸੀਗੇ, ਇੱਕ 7 ਸਾਲ ਦੀ ਲੜਕੀ ਸੀ, ਇੱਕ 5 ਸਾਲ ਦੀ ਲੜਕੀ ਸੀ। ਆਪਣੀ ਨੈਸ਼ਨਲ ਕੈਪੀਟਲ ਓਟਵਾ ਦੇ ਵਿੱਚ ਉਹਨਾਂ ਨੇ ਇੱਕ ਲੈਮਨੇਡ ਦਾ ਸਟੈਂਡ ਲਾਇਆ ਸਮਰ 'ਚ, ਜੋ ਕਿ ਬੱਚੇ ਆਮ ਤੌਰ 'ਤੇ ਕਰਦੇ ਨੇ। ਅਤੇ ਉਹ ਜਿਹੜੀ ਲੈਂਡ ਸੀਗੀ, ਉਹ ਨੈਸ਼ਨਲ ਕੈਪੀਟਲ ਕਮਿਸ਼ਨ, ਜੋ ਕਿ ਕਰਾਊਨ ਕਾਰਪੋਰੇਸ਼ਨ ਹੈ, ਉਹਨਾਂ ਦੀ ਲੈਂਡ ਸੀ। ਅਤੇ ਉਹਨਾਂ ਨੇ ਉਹ ਲੜਕੀਆਂ ਨੂੰ ਕਿਉਂਕਿ ਉਹਨਾਂ ਨੇ ਪ੍ਰੋਪਰ ਪਰਮਿਟ ਨਹੀਂ ਲਿਆ, ਉਹਨਾਂ ਨੂੰ $1500 ਦਾ ਫਾਈਨ ਕੀਤਾ। ਐਂਡ ਇੱਕ ਲੈਮਨੇਡ ਸਟੈਂਡ, ਜੋ ਕਿ ਛੋਟੇ ਬੱਚੇ ਕਰਦੇ ਨੇ, ਜਦੋਂ ਉਹ ਨਿਊਜ਼ ਮੀਡੀਆ 'ਚ ਫੈਲ ਗਈ ਬਹੁਤ ਜ਼ਿਆਦਾ, ਫਿਰ ਉਹਨਾਂ ਨੇ ਅਪੋਲੋਜਾਈਜ਼ ਕੀਤਾ ਅਤੇ ਉਹਨਾਂ ਨੇ ਉਹ ਵਿਡਰਾ ਕੀਤਾ, ਉਹਨਾਂ ਨੂੰ ਜਿਹੜਾ ਫਾਈਨ ਦਿੱਤਾ ਸੀ। ਬਟ ਉਹਨਾਂ ਨੇ ਹੋਰ ਓਵਰ ਰੈਗੂਲੇਟ ਕਰਤਾ, 17-18 ਚੀਜ਼ਾਂ ਹੋਰ ਲਾਤੀਆਂ ਵੀ ਆਹ ਕਰੋ, ਇੱਦਾਂ ਕਰੋ, ਉੱਦਾਂ ਕਰੋ, ਜੇ ਸਾਡੀ ਲੈਂਡ ਯੂਜ਼ ਕਰਨੀ ਆ। ਦ ਮੋਰਲ ਆਫ ਦ ਸਟੋਰੀ ਇਜ਼ ਕਿ ਆਪਾਂ ਇੰਨੇ ਜ਼ਿਆਦਾ ਲਾਅ ਬਣਾਉਣ 'ਚ ਬਿਜ਼ੀ ਹਾਂ, ਆਪਾਂ ਉਹਦੀ ਪ੍ਰੈਕਟੀਕੈਲਿਟੀ ਭੁੱਲ ਗਏ ਹਾਂ ਵੀ ਵਾਕਈ ਇਹ ਕੋਈ ਆਪਣੀ ਪ੍ਰੋਬਲਮ ਨੂੰ ਸੋਲਵ ਕਰਦੀ ਹੈ ਕਿ ਹੋਰ ਪ੍ਰੋਬਲਮ ਵਧਾ ਰਹੀ ਆ। ਸਿਮਿਲਰਲੀ ਸਸਕੈਚੁਆਨ ਇਜ਼ ਆਪਣੀ ਕੰਟਰੀ ਦੇ ਵਿੱਚ ਮਾਈਨਿੰਗ ਦਾ ਹੱਬ ਵਾ, ਯੂਰੇਨੀਅਮ ਮਾਈਨਸ ਦਾ, ਐਂਡ ਇਟ ਇਜ਼ ਵਨ ਆਫ ਦ ਲਾਰਜੈਸਟ ਯੂਰੇਨੀਅਮ ਮਾਈਨਸ ਜਿਹੜੀਆਂ ਐਕਟਿਵ ਨੇ ਕੈਨੇਡਾ ਦੇ ਵਿੱਚ। ਬਟ ਉੱਥੇ 3 ਡਿਫਰੈਂਟ ਲੈਵਲ ਦੇ ਗਵਰਨਮੈਂਟਸ ਦੇ ਲਾਜ਼ ਨੇ, ਤਿੰਨੋਂ ਡਿਫਰੈਂਟ ਨੇ, ਇੱਕ ਦੂਜੇ ਨਾਲ ਗੱਲ ਨਹੀਂ ਕਰਦੇ। ਲਾਅ ਦੇਖੋ, ਫੈਡਰਲ ਗਵਰਨਮੈਂਟ ਦਾ ਬਿਕੋਜ਼ ਮਾਈਨਿੰਗ ਕਮਸ ਅੰਡਰ ਪ੍ਰੋਵਿੰਸਿਸ, ਮਤਲਬ ਇਹ ਸੂਬੇ ਦੀ ਜੂਰਿਸਡਿਕਸ਼ਨ ਹੈ ਕਿ ਉਹ ਮਾਈਨਿੰਗ ਲਾਜ਼ ਬਣਾ ਸਕਣ, ਵਿਚ ਇਜ਼ ਫਾਈਨ। ਬਟ ਕਿਉਂਕਿ ਯੂਰੇਨੀਅਮ ਹੈ ਤਾਂ ਉਹ ਨਿਊਕਲੀਅਰ ਸੈਕਟਰ 'ਚ ਆਉਂਦਾ। ਨਿਊਕਲੀਅਰ ਇਜ਼ ਪਾਵਰ ਆਫ ਦ ਗਵਰਨਮੈਂਟ, ਸੈਂਟਰਲ ਗਵਰਨਮੈਂਟ, ਸੋ ਉਹਨਾਂ ਦਾ ਲਾਅ ਵੀ ਇੰਪੋਜ਼ ਹੁੰਦਾ ਵਾ। ਫਿਰ ਜਿਹੜੀ ਲੋਕਲ ਮਿਊਨਿਸਪੈਲਿਟੀ ਹੈ, ਉਹਨਾਂ ਦਾ ਲਾਅ ਹੈ। ਫਿਰ ਇਨਵਾਇਰਮੈਂਟਲ ਲਾਜ਼ ਹੈ। ਸੋ ਅਗਰ ਕੋਈ ਮਾਈਨਿੰਗ ਕੰਪਨੀ ਹੈ ਜੋ ਉੱਥੇ ਮਾਈਨ ਕਰ ਰਹੀ ਆ, ਤਾਂ ਉਹਨਾਂ ਨੂੰ ਇੰਨੀ ਕੁ ਜ਼ਿਆਦਾ ਰੈਗੂਲੇਟਰੀ ਪੰਗੇ 'ਚੋਂ, ਜਾਲ 'ਚੋਂ, ਜੰਜਾਲ 'ਚੋਂ ਇੰਨੀ ਜ਼ਿਆਦਾ ਓਵਰ ਰੈਗੂਲੇਸ਼ਨ ਆ, ਇੰਨੀ ਫਾਈਲਿੰਗ ਕਰਨੀ ਪੈਂਦੀ ਆ ਵੀ ਉਹ ਜਿਹੜੀ ਕਾਸਟ ਆਫ ਮਾਈਨਿੰਗ ਵਾ, ਅੱਧਾ ਤਾਂ ਟਾਈਮ 'ਤੇ ਕੰਮ ਉਹਨਾਂ ਦਾ ਪੇਪਰ ਵਰਕ ਹੀ ਪੂਰੇ ਕਰਨ 'ਚ 4 ਡਿਫਰੈਂਟ ਲੈਵਲ ਆਫ ਗਵਰਨਮੈਂਟਸ ਸੈਟਿਸਫਾਈ ਕਰਨ ਨੂੰ। ਐਗਜ਼ੈਕਟਲੀ। ਸੋ ਉਹ ਦੈਟ ਇਜ਼, ਐਂਡ ਔਨ ਟੋਪ ਆਫ ਇਟ ਮਾਈਨਿੰਗ ਇਜ਼ ਆਲਰੇਡੀ ਅ ਵੈਰੀ ਹੈਵੀਲੀ ਰੈਗੂਲੇਟਡ ਇੰਡਸਟਰੀ। ਕੋਈ ਮਤਲਬ ਆਮ ਇੰਡਸਟਰੀ ਨਹੀਂ ਹੈਗੀ ਵੀ ਚਲੋ ਤੁਸੀਂ ਕੋਈ ਸਵੀਟ ਸ਼ਾਪ ਖੋਲ੍ਹ ਲਈ ਜਾਂ ਰੈਸਟੋਰੈਂਟ ਖੋਲ੍ਹਿਆ, ਉਹ ਉਹੋ ਜਿਹਾ ਕੰਮ ਨਹੀਂ ਗਾ। ਆਲਰੇਡੀ ਹਾਈਲੀ ਰੈਗੂਲੇਟਡ ਆ, ਉਹਨੂੰ ਓਵਰ ਰੈਗੂਲੇਸ਼ਨ ਨਾਲ ਹੋਰ ਕਿਲ ਕਰੀ ਜਾਂਦੇ ਹੋ। ਐਂਡ ਯੂਰੇਨੀਅਮ ਇਜ਼ ਸਮਥਿੰਗ ਦੈਟ ਇਜ਼ ਇੰਪੋਰਟੈਂਟ ਫॉर ਐਨਰਜੀ ਸੋਰਸਿਸ, ਹੈ ਨਾ। ਤੁਸੀਂ ਨਿਊਕਲੀਅਰ ਪਾਵਰ ਪਲਾਂਟਸ ਬਣਾਉਂਦੇ ਹੋ, ਤੁਸੀਂ ਐਕਸਪੋਰਟ ਵੀ ਕਰ ਸਕਦੇ ਹੋ। ਐਂਡ ਇੱਕ ਇਹ ਬੇਸਿਕ ਚੀਜ਼ ਵਾ, ਜਸਟ ਬੇਸਿਕ ਐਗਜ਼ਾਮਪਲ। ਐਂਡ ਇਹੋ ਜਿਹੇ ਹੋਰ ਬਥੇਰੇ ਐਗਜ਼ਾਮਪਲ ਆ। ਅਲਬਰਟਾ ਦੀ ਪਾਈਪਲਾਈਨਸ ਦਾ ਜਿਹੜਾ ਇਸ਼ੂ ਆ, ਫੈਡਰਲਸ ਇੰਟਰਨੈਸ਼ਨਲ ਟਰੀਟੀਜ਼ ਜਾ ਕੇ ਸਾਈਨ ਕਰੇ ਆਉਂਦੇ ਨੇ, ਅਸੀਂ ਜੀ ਆਪਣੇ ਇਨਵਾਇਰਮੈਂਟਲ ਬਰਡਨ ਵਰਲਡ ਦਾ ਘਟਾਉਣਾ ਵਾ, ਫਾਈਨ, ਫੇਅਰ ਐਂਡ ਸਕੁਆਇਰ। ਬਟ ਤੁਸੀਂ ਪ੍ਰੋਵਿੰਸ ਦੇ ਨਾਲ ਸਲਾਹ ਕਰਕੇ ਗਏ ਹੋ ਵੀ ਉਹਨਾਂ ਦੀ ਇਕੋਨਮੀ ਨੂੰ ਕਿੱਦਾਂ ਇਫੈਕਟ ਹੋਊਗਾ, ਵੀ ਅਗਰ ਅਸੀਂ ਕੁਛ ਸਾਈਨ ਅਪ ਕਰ ਰਹੇ ਹਾਂ ਤਾਂ ਇਟ ਸ਼ੁੱਡ ਬੀ ਵੈਲ ਵਿਦਨ ਅ ਰੇਂਜ ਕਿ ਉਹ ਇੰਡਸਟਰੀ ਵੀ ਕਿਲ ਨਾ ਹੋਵੇ। ਹੁਣ ਆਪਣੇ ਕੋਲ ਵਰਲਡਸ 5th ਲਾਰਜੈਸਟ ਨੈਚੁਰਲ ਰਿਸੋਰਸਿਸ ਨੇ, ਨੈਚੁਰਲ ਗੈਸ ਆ। ਆਪਾਂ ਨੂੰ ਪਤਾ ਕਿ ਬਿਕੋਜ਼ ਆਫ ਦ ਯੂਕਰੇਨ ਰਸ਼ੀਆ ਵਾਰ, ਜਿਹੜਾ ਆਪਣਾ ਯੂਰਪੀਅਨ ਯੂਨੀਅਨ ਆ, ਇਟ ਇਜ਼ ਸਟਾਰਵਿੰਗ ਫॉर ਐਨਰਜੀ ਲਈ ਉਹ ਡਿਪੈਂਡੈਂਟ ਕਿਹਦੇ ਤੋਂ ਆ, ਜਾਂ ਚਾਈਨਾ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਗਾ। ਐਨਰਜੀ ਦੀਆਂ ਪ੍ਰਾਈਸਿਸ ਉੱਥੇ ਵਧੀਆਂ ਹੋਈਆਂ, ਐਂਡ ਜਦੋਂ ਐਨਰਜੀ ਦੀ ਪ੍ਰਾਈਸਿਸ ਵਧਣਗੀਆਂ ਤਾਂ ਆਮ ਕੰਜ਼ਿਊਮਰ ਗੁੱਡਸ ਦੀਆਂ ਪ੍ਰਾਈਸਿਸ ਵਧਣਗੀਆਂ, ਟ੍ਰੇਡ ਐਂਡ ਕਾਮਰਸ ਇਫੈਕਟ ਹੋਊਗਾ। ਆਪਾਂ ਉਹ ਚੀਜ਼ ਨੂੰ ਪੂਰੀ ਕਰ ਸਕਦੇ ਸੀ ਅਗਰ ਆਪਾਂ ਪ੍ਰੋਵਿੰਸ ਲੈਵਲ ਤੇ ਫੈਡਰਲ ਲੈਵਲ ਤੇ ਸਲਾਹ ਕਰਕੇ ਕੁਛ ਅੰਦਰ ਜੇ ਸੀ ਸਿਸਟਮ ਆਪਣਾ। ਐਗਜ਼ੈਕਟਲੀ। ਸੋ ਦਿਸ ਵਾਜ਼ ਅ ਗੁੱਡ ਓਪਰਚੁਨਿਟੀ ਫॉर ਅਸ, ਫॉर ਆਰ ਗਵਰਨਮੈਂਟਸ ਟੂ ਮੇਕ ਮਨੀ ਫॉर ਦੀ ਕੈਨੇਡੀਅਨ ਇਕੋਨਮੀ, ਰਾਈਟ। ਪਰ ਅਸੀਂ ਉਹ ਸਲਾਹ ਕਰਕੇ ਕੁਛ ਕੀਤਾ ਨਹੀਂ। ਮੀਨਾਕਸ਼ੀ ਜੀ, ਹੁਣ ਇਹ ਦੇਖੋ, ਜਿਵੇਂ ਤੁਸੀਂ ਥੋੜ੍ਹੀਆਂ ਐਗਜ਼ਾਮਪਲ ਹੀ ਦਿੱਤੀਆਂ, ਪਰ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਇੰਨੇ ਥੋੜ੍ਹੇ ਟਾਈਮ 'ਚ ਸਾਰੀਆਂ ਗੱਲਾਂ ਤੇ ਕਰਨੀਆਂ ਮੁਸ਼ਕਲ ਨੇ। ਪਰ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹਨੂੰ
ਬਦਲਿਆ ਕਿਵੇਂ ਜਾਏ, ਕੌਣ ਬਦਲੇਗਾ? ਕਿਉਂਕਿ ਹੁਣ ਅੱਗੇ ਬਦਲਣ ਵਾਸਤੇ ਵੀ ਫੈਡਰਲ ਸਟਰਕਚਰ ਹੈ। ਕਿਸੇ ਹਾਂਜੀ ਇੱਕ ਗਵਰਨਮੈਂਟ ਕੋਲ ਇਹ ਅਖਤਿਆਰ ਨਹੀਂ ਹੈ, ਨਾ ਤਾਂ ਫੈਡਰਲ ਗਵਰਨਮੈਂਟ ਆਪਣੇ ਲੈਵਲ ਤੇ ਇਹਨੂੰ ਬਦਲ ਸਕਦੀ ਹੈ, ਨਾ ਕੋਈ ਪ੍ਰੋਵਿੰਸ ਆਪਣੇ ਲੈਵਲ ਤੇ ਬਦਲ ਸਕਦਾ। ਸੋ ਐਸੀ ਮੁਸੀਬਤ ਹੈ ਜਿਹਨੂੰ ਡਿਸੀਜਨ ਇਹਨੂੰ ਚੇਂਜ ਕਰਨ ਲਈ ਵੀ ਉਨੇ ਲੈਵਲ ਦੇ ਉੱਤੇ ਹੀ ਫਿਰ ਕੋਈ ਕੰਸੈਂਸਸ ਬਣਨਾ ਚਾਹੀਦਾ। ਆਪਣੇ ਜਿਹੜੇ ਲੀਡਰਸ ਨੇ ਆਪਾਂ ਉਹਨਾਂ 'ਤੇ ਬਹੁਤ ਰਿਲਾਈ ਕਰਦੇ ਹਾਂ। ਆਈ ਥਿੰਕ ਆਪਾਂ ਉਹਨਾਂ ਨੂੰ ਰੈਗੂਲਰਲੀ ਐਕਟਿਵਲੀ, ਜਿਵੇਂ ਟਾਊਨ ਹਾਲਸ ਹੁੰਦੇ ਆ, ਕੁਛ ਹੋਰ ਹੁੰਦਾ ਵਾ, ਆਪਾਂ ਜੇ ਕਮਿਊਨਿਟੀਜ਼ ਹੀ ਰੌਲਾ ਨਹੀਂ ਪਾਉਣਗੀਆਂ ਵੀ ਤੁਸੀਂ ਇੰਨਾ ਓਵਰ ਰੈਗੂਲੇਟ ਕਰਕੇ ਚੀਜ਼ਾਂ ਕਰ ਰਹੇ ਹੋ। ਐਂਡ ਇਹ ਪਬਲਿਕ ਸਟੱਡੀਜ਼ ਨੇ ਜਿੱਥੋਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਪਬਲਿਕ ਇਨਫੋਰਮੇਸ਼ਨ ਹੈ। ਆਈ ਐਮ ਸ਼ੋਰ ਇਹ ਉਹਨਾਂ ਤੱਕ ਵੀ ਪਹੁੰਚਦੀ ਆ, ਬਟ ਦੇ ਹੈਜ਼ ਟੂ ਬੀ ਸਰਟਨ ਓਨਰਸ਼ਿਪ ਕਿ ਅਸੀਂ ਇੰਨੀ ਓਵਰ ਰੈਗੂਲੇਸ਼ਨ ਕਰਕੇ ਆਪਣੀ ਟ੍ਰੇਡ ਐਂਡ ਕਾਮਰਸ ਨੂੰ, ਦੇਖੋ ਇੰਟਰਨੈਸ਼ਨਲ ਮੋਨਿਟਰੀ ਫੰਡ ਲਿਖ ਰਿਹਾ ਕੈਨੇਡਾ ਬਾਰੇ, OECD ਲਿਖ ਰਹੀ ਹੈ ਕੈਨੇਡਾ ਬਾਰੇ ਕਿ ਤੁਸੀਂ ਆਪਣੀ ਹੀ ਗਰੋਥ ਨੂੰ ਬਹੁਤ ਸਲੋ ਕਰ ਰਹੇ ਹੋ ਕਿਉਂਕਿ ਤੁਹਾਡੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਹੀ ਫ੍ਰੀ ਨਹੀਂ ਹੈਗਾ ਐਂਡ ਯੂ ਨੀਡ ਟੂ ਕੱਟ ਇਟ ਡਾਊਨ। ਉਹ ਕਹਿੰਦੇ ਆ ਕਿ ਇਹਦਾ ਡਾਇਰੈਕਟ ਇੰਪੈਕਟ ਕੈਨੇਡੀਅਨ ਇਕੋਨਮੀ ਤੇ $20 billion ਔਨ ਐਨ ਐਨੂਅਲ ਬੇਸਿਸ ਹੈ, which will translate into 4 to 5% of your growth rate of your GDP on an annual basis. I think Canada, the size ਦੀ country ਲਈ $20 billion is a lot of money. ਤੇ ਇੱਕ ਸਹੀ ਸੋਚ ਤੇ ਆਈ ਥਿੰਕ ਕੋਲੈਬੋਰੇਟਿਵ ਵਰਕ ਬਹੁਤ ਜ਼ਰੂਰੀ ਆ। ਐਂਡ ਤੁਸੀਂ ਆਪਣਾ ਕੰਮ ਕਰ ਰਹੇ ਹੋ ਸ਼ਮੀਲ ਜੀ, ਯੂ ਆਰ ਅ ਜਰਨਲਿਸਟ ਐਂਡ ਯੂ ਆਰ ਡੂਇੰਗ ਅ ਵੈਰੀ ਗੁੱਡ ਜੋਬ। ਜਿਵੇਂ ਤੁਸੀਂ ਆਟੋ ਇੰਡਸਟਰੀ ਬਾਰੇ ਕਿਹਾ ਸੀ, ਉਹ ਵੀ ਇਟ ਇਜ਼ ਅ ਬਾਈ ਪ੍ਰੋਡਕਟ ਆਫ ਦਿਸ ਡੀਸੈਂਟਰਲਾਈਜੇਸ਼ਨ ਓਨਲੀ। ਪ੍ਰੋਵਿੰਸ ਬਾਈ ਪ੍ਰੋਵਿੰਸ, ਹਰੇਕ ਪ੍ਰੋਵਿੰਸ ਦੇ ਕੋਲ ਆਪਦੀ ਅਥਾਰਟੀ ਆ ਵੀ ਉਹ ਕਿੱਦਾਂ ਬਿਡ ਕਰਵਾਉਂਦੇ ਨੇ ਇੰਸ਼ੋਰਰਸ ਨੂੰ। ਕੋਈ ਫੈਡਰਲ ਲੈਵਲ 'ਤੇ ਇਹਦਾ ਕੋਈ ਸਟਰਕਚਰ ਜਾਂ ਕੋਈ ਫਰੇਮਵਰਕ ਹੈ ਨਹੀਂ ਗਾ, ਰਾਈਟ। ਹੁਣ ਦੂਸਰੀਆਂ ਕੰਟਰੀਜ਼ ਨੇ, US ਹੈ, US ਦੇ ਵਿੱਚ ਇੰਨੀ ਕ੍ਰਾਈਸਿਸ ਨਹੀਂ ਹੈ। ਕੈਲੀਫੋਰਨੀਆ ਦੇ ਵਿੱਚ ਆਪਣੇ ਨਾਲੋਂ ਜ਼ਿਆਦਾ ਕਾਰਾਂ ਡਰਾਈਵ ਹੁੰਦੀਆਂ ਨੇ, ਉੱਥੇ ਆਪਣੇ ਇੰਸ਼ੋਰੈਂਸ ਦੇ ਪ੍ਰਾਈਸਿਸ ਇੰਨੇ ਜ਼ਿਆਦਾ ਨਹੀਂ ਹੈ। ਉੱਥੇ ਅੱਗਾਂ ਨਹੀਂ ਲੱਗਦੀਆਂ, ਉੱਥੇ ਵੀ ਅੱਗਾਂ ਲੱਗਦੀਆਂ ਨੇ। ਜੇ ਕਹਿੰਦੇ ਨੇ ਕਿ ਜੀ ਆਪਣੇ ਕੈਨੇਡਾ 'ਚ, ਵੈਨਕੂਵਰ 'ਚ ਜਾਂ ਐਲਬਰਟਾ 'ਚ ਇੱਕ ਫਾਇਰਸ ਇੱਥੇ ਨੇ। ਅਸਲ 'ਚ ਇੱਕ ਹੋਰ ਵੀ ਸੈਕਟਰ ਲੱਗਦਾ ਇੱਥੇ ਨਾ, ਜਿਹੜੇ ਫ੍ਰੀ ਦੀਆਂ ਸਲਾਹਾਂ ਦੇਣ ਵਾਲੇ ਨੇ, ਹਾਂਜੀ, ਜਿਹੜਾ ਨਾਟ ਫॉर ਪ੍ਰੋਫਿਟ ਸੈਕਟਰ ਹੈ, ਜਿਹੜੇ ਤਰ੍ਹਾਂ ਦੇ ਰਾਈਟਸ ਗਰੁੱਪ ਨੇ, ਐਡਵੋਕੇਸੀ ਗਰੁੱਪ ਬਣੇ ਹੋਏ ਨੇ। ਹਾਂਜੀ, ਅੱਛਾ, ਫਿਰ ਉਹ ਤਰ੍ਹਾਂ ਦੀਆਂ ਸਟੱਡੀ ਯੂਨੀਅਨਸ, ਇਹ ਯੂਨੀਅਨਸ, ਸਾਰਾ ਇੱਕ ਤੰਤਰ ਜਿਹੜਾ ਹੈ ਇੱਕ ਨਾ ਇੱਕ ਸਟੇਟ ਵਿਦਨ ਸਟੇਟ, ਹਾਂਜੀ। ਜਿਹੜਾ ਇੱਕ ਕੋਈ ਚੇਂਜ ਵੀ ਨਹੀਂ ਆਉਣ ਦਿੰਦਾ ਉਹਨਾਂ ਨੇ। ਟੂ ਮਚ ਬਿਊਰੋਕਰੇਸੀ ਹੈ ਸ਼ਮੀਲ ਜੀ, ਐਂਡ ਦਿਸ ਇਜ਼ ਐਗਜ਼ੈਕਟਲੀ ਵਾਟ ਆਲ ਦੀਜ਼ ਸਟੱਡੀ, ਜਿੰਨੀਆਂ ਵੀ ਸਟੱਡੀਜ਼ ਨੇ ਬਾਰ-ਬਾਰ ਇਹੀ ਕਹਿ ਰਹੀਆਂ ਵੀ ਕੈਨੇਡਾ 'ਚ ਟੂ ਮਚ ਬਿਊਰੋਕਰੇਸੀ ਹੈ, ਇਹਨੂੰ ਕੱਟ ਡਾਊਨ ਕਰਨ ਦੀ ਲੋੜ ਹੈ। ਅਗਰ ਨਹੀਂ ਤਾਂ ਆਪਾਂ ਆਪਣੇ ਆਪ ਨੂੰ ਇੰਨੇ ਜ਼ਿਆਦਾ ਜੰਜਾਲ 'ਚ ਬੁਣ ਲਾਂਗੇ ਕਿ ਆਪਾਂ ਮੂਵ ਹੀ ਨਹੀਂ ਕਰ ਸਕਦੇ। ਜੇ ਕੰਟਰੀ ਦੇ ਵਿੱਚ ਫ੍ਰੀ ਟ੍ਰੇਡ ਨਹੀਂ ਹੈ, ਹੁਣ ਡੇਅਰੀ ਦੇ ਕੋਟਾਜ਼ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਵੱਡਾ ਟੌਪਿਕ ਹੈ ਤੇ ਐਂਡ ਇਟ ਇਜ਼ ਅ ਸੀਰੀਅਸ ਥਿੰਗ। ਹਰ ਇੱਕ ਫਾਰਮਰ ਨੂੰ ਕੋਟਾ ਐਲੋਕੇਟਡ ਹੈ, ਡੇਲੀ ਮੰਥਲੀ ਕੋਟਾ, ਜਿਹਦੇ ਵਿਦਿਨ ਦੈਟ ਕੋਟਾ ਉਹਨਾਂ ਨੇ ਮਿਲਕ ਪ੍ਰੋਡਿਊਸ ਕਰਨਾ ਵਾ, ਰਾਈਟ। ਸੋ ਫੋਰ ਐਗਜ਼ਾਮਪਲ 1 ਕਿਲੋ ਕੋਟਾ ਵਾ ਜਿਹਦੇ ਕੋਲ, ਤਾਂ ਦੈਟ ਇਜ਼ ਇਕੁਇਵਲੈਂਟ ਟੂ ਹੈਵਿੰਗ 1 ਕਾਓ। ਮਤਲਬ ਜੇ ਤੁਹਾਡੇ ਕੋਲ ਇੱਕ ਮੱਝ ਜਾਂ ਗਾਂ ਆ, ਉਹਦੇ ਕੋਟਾ 1 ਕਿਲੋ ਰਫਲੀ ਤੁਸੀਂ ਕਹਿ ਸਕਦੇ ਵੀ ਉਹਨਾਂ ਉਹਨੇ ਮਿਲਕ ਈਲਡ ਪ੍ਰੋਡਿਊਸ ਕਰਨੀ ਆ। ਜੇ ਤੁਸੀਂ ਆਪਣੇ ਕੋਟਾ ਤੋਂ ਜ਼ਿਆਦਾ ਪ੍ਰੋਡਿਊਸ ਕੀਤਾ ਤਾਂ ਤੁਹਾਡਾ ਮਿਲਕ ਆ ਜਿਹੜਾ ਉਹਨਾਂ ਨੇ ਉਸ ਪ੍ਰਾਈਸ 'ਤੇ ਬਾਏ ਨਹੀਂ ਕਰਨਾ, ਉਹ ਟੈਕਨੀਕਲੀ ਉਹ ਡੰਪਿੰਗ ਕਹਿੰਦੇ ਨੇ ਉਹਨੂੰ, ਰਾਈਟ। ਐਂਡ ਹਰ ਇੱਕ ਪ੍ਰੋਵਿੰਸ ਦਾ ਕੋਟਾ ਅਲੱਗ ਹੈ, ਪ੍ਰਾਈਸਿੰਗ ਸੇਮ ਨਹੀਂ ਹੈਗੀ। ਆਈ ਮੀਨ ਦੇਰ ਇਜ਼ ਸੋ ਮਚ ਰਿਫੋਰਮ ਟੂ ਬੀ ਡਨ। ਐਂਡ ਜਿਹੜੇ ਕੋਟਾਜ਼ ਨੇ ਵਧਾਏ ਘਟਾਏ ਜਾ ਸਕਦੇ ਨੇ, ਬਟ ਆਪਾਂ ਐਕਸਪੋਰਟ ਕਰਨ 'ਚ ਆਪਾਂ ਨੂੰ ਪ੍ਰੋਬਲਮ ਹੈ ਕਿਉਂਕਿ ਆਪਣੇ ਸਾਊਥ ਦੇ ਵਿੱਚ ਜਿਹੜਾ ਆਪਣਾ ਬਿਗੇਸਟ ਟ੍ਰੇਡਿੰਗ ਪਾਰਟਨਰ ਹੈ, ਅਗਰ ਰਿਪਬਲਿਕਨਸ ਆਉਂਦੇ ਆ ਤਾਂ ਉਹਨਾਂ ਨੇ ਆਪਾਂ ਨੂੰ ਮਾਰ ਦੇਣਾ ਬਿਕੋਜ਼ ਉਹਨਾਂ ਨੇ ਟੈਰਿਫਸ ਲਾ ਦੇਣੇ ਆ। ਅਗਰ ਡੈਮੋਕ੍ਰੈਟਸ ਆਉਂਦੇ ਆ, ਉਹ ਵੈਸੇ ਹੀ ਪ੍ਰੋ ਯੂਨੀਅਨਸ ਨੇ, ਤਾਂ ਯੂਨੀਅਨਸ ਨੇ ਜਿਹੜੇ ਉਹਨਾਂ ਨੇ ਨਹੀਂ ਆਪਣੇ ਪ੍ਰੋਡਿਊਸ ਨੂੰ ਆਉਣ ਦੇਣਾ। ਸੋ ਈਦਰ ਵੇ ਵੀ ਆਰ ਇਨ ਅ ਪਿਕਲ। ਤੇ ਸਾਡੇ ਕੋਲ ਜਿਹੜੀ ਲੀਡਰਸ਼ਿਪ ਹੈ ਉਹ ਇਹੋ ਜਿਹੀ ਹੈ ਕਿ ਉਹ ਸੋਚਦੇ ਨੇ ਕਿ 4 ਰਾਈਟਸ ਦੀਆਂ ਗੱਲਾਂ, ਡਾਇਵਰਸਿਟੀ ਪੋਲਿਟਿਕਸ ਕਰੋ ਤੇ ਇਹਦੇ ਨਾਲ ਕੰਮ ਚੱਲ ਆਈ ਗਿਆ। ਥਿੰਕ ਆਪਾਂ ਨੂੰ ਸੀਰੀਅਸਲੀ ਕੈਨੇਡਾ 'ਚ ਆਪਣੀ ਕੰਟਰੀ ਹਜੇ ਬਰੋਕ ਨਹੀਂ ਹੋਈ, ਪਰ ਉੱਧਰ ਨੂੰ ਜਾ ਰਹੀ ਆ। ਅਗਰ ਕੋਈ ਸੀਰੀਅਸਲੀ ਕੋਈ ਲੀਡਰਸ਼ਿਪ ਰੋਲ 'ਚ ਜਿਹੜਾ ਕੋਈ ਨਵਾਂ ਪ੍ਰਾਈਮ ਮਿਨਿਸਟਰ ਆ ਰਿਹਾ, ਕੋਈ ਵੀ ਪਾਰਟੀ ਦਾ ਹੋਵੇ, ਅਗਰ ਉਹ ਸੀਰੀਅਸਲੀ ਦੇਖੇ ਤਾਂ ਆਪਣੇ ਕੋਲ ਹਜੇ ਵੀ ਬਹੁਤ ਟਾਈਮ ਹੈ ਕਿ ਆਪਾਂ ਇਹਨੂੰ ਸੀਰੀਅਸਲੀ ਪੋਲਿਸੀ ਰਿਫਾਰਮਸ ਨੂੰ ਦੇਖੀਏ ਤੇ ਦੇਖੀਏ ਕਿ ਕਿਸ ਤਰੀਕੇ ਨਾਲ। ਜਿਹੜਾ ਸਾਡਾ ਫੈਡਰਲ ਸਟਰਕਚਰ ਮੇਰੇ ਹੈ, ਖਿਆਲ 'ਚ ਅਗਰ ਇੱਥੇ ਰਿਫਾਰਮ ਸ਼ੁਰੂ ਕੀਤਾ ਜਾਵੇ, ਇਨ ਮਾਈ ਓਪੀਨੀਅਨ, ਤਾਂ ਬਹੁਤ ਪ੍ਰੋਬਲਮ ਸੋਲਵ ਹੁੰਦੀਆਂ ਨੇ। ਦੇਖੋ ਹਾਊਸਿੰਗ ਕ੍ਰਾਈਸਿਸ, ਕ੍ਰਾਈਮ ਰੇਟ, ਆਪਣਾ ਇਮੀਗ੍ਰੇਸ਼ਨ ਦਾ ਕ੍ਰਾਈਸਿਸ, ਇਹ ਸਾਰਾ ਕਿਉਂ ਹੋਇਆ? ਬਿਕੋਜ਼ ਦੇਰ ਇਜ਼ ਅ ਬਾਈਫਿਕੇਟਡ ਸਿਸਟਮ। ਪ੍ਰੋਵਿੰਸ ਤੇ ਫੈਡਰਲ ਲੈਵਲ 'ਤੇ ਅਲੱਗ-ਅਲੱਗ ਡਿਸੀਜਨ ਮੇਕਿੰਗ ਹੋ ਰਹੀ ਆ।
ਇੱਕ ਮਤ ਨਾਲ ਡਿਸੀਜਨ ਮੇਕਿੰਗ ਨਹੀਂ ਹੋ ਰਹੀ ਐਂਡ ਉਹਦੇ ਕਰਕੇ ਹੀ ਇਹ ਪ੍ਰੋਬਲਮਸ ਆ ਕਹਿਣ ਰਹੀਆਂ ਨੂੰ ਨੇ। ਅਸੀਂ ਕਹਿੰਦੇ ਹਾਂ ਜੀ ਅਸੀਂ ਹਰ ਇੱਥੇ ਫੈਸਲਾ ਪਬਲਿਕ ਕੰਸਲਟੇਸ਼ਨ ਨਾਲ ਕਰਦੇ ਹਾਂ। ਕੰਸਲਟੇਸ਼ਨ ਤਾਂ ਤੁਸੀਂ ਸਰਕਾਰਾਂ ਨਾਲ ਨਹੀਂ ਤੁਸੀਂ ਕਰਦੇ। ਆਪਸ 'ਚ ਜੇ ਕੰਸਲਟ ਨਹੀਂ ਕਰ ਰਹੇ, ਪ੍ਰੋਵਿੰਸਸ ਬੈਠ ਕੇ ਕੰਸਲਟ ਨਹੀਂ ਕਰ ਰਹੇ, ਤੁਸੀਂ ਸਾਲ 'ਚ ਇੱਕ ਵਾਰੀ ਸਾਰੇ ਪ੍ਰੋਵਿੰਸਸ ਨੂੰ ਬੁਲਾ ਕੇ ਕਹਿ ਦਿੰਦੇ ਹੋ ਜੀ ਓਕੇ ਫੋਟੋ ਆਪ ਹੋ ਗਿਆ ਵੀ ਅਸੀਂ ਫੈਡਰਲ ਗਵਰਨਮੈਂਟ ਨੇ ਪ੍ਰੋਵਿੰਸਸ ਨਾਲ ਬੈਠ ਕੇ ਸਲਾਹ ਕੀਤੀ। ਇੱਦਾਂ ਨਹੀਂ ਹੁੰਦਾ, ਇਹ ਤਾਂ ਔਨਗੋਇੰਗ ਕੰਮ ਆ। ਜਿਵੇਂ ਹੁਣ ਆਪਣੇ ਘਰ 'ਚ ਹੀ ਬੇਸਿਕ ਡਿਸੀਜਨ ਮੇਕਿੰਗ ਆ, ਅਗਰ ਇੱਕ ਮੈਂਬਰ ਆਫ ਦਾ ਫੈਮਿਲੀ ਦੂਸਰੇ ਫੈਮਿਲੀ ਮੈਂਬਰ ਦੇ ਨਾਲ ਸਲਾਹ ਕਰਕੇ ਕੰਮ ਨਹੀਂ ਕਰੂਗਾ ਤਾਂ ਡਿਸੀਜਨਸ ਬਹੁਤ ਡਿਫਰੈਂਟ ਹੋਣਗੇ ਇੱਕੋ ਫੈਮਿਲੀ ਵਾਸਤੇ। ਐਂਡ ਆਪਾਂ ਛੋਟੇ ਯੂਨਿਟ ਦੀ ਗੱਲ ਕਰ ਰਹੇ ਹਾਂ, ਐਡੀ ਵੱਡੀ ਕੰਟਰੀ ਨੂੰ ਰਨ ਕਰਨ ਲਈ ਤੁਹਾਨੂੰ ਯੂ ਨੀਡ ਟੂ ਹੈਵ ਗੁੱਡ ਕੰਸਲਟੇਸ਼ਨ ਐਂਡ ਰਾਊਂਡਡ ਡਿਸੀਜਨ ਹੋਣੇ ਚਾਹੀਦੇ ਜਿਹੜੇ ਪੂਰੇ ਕੰਟਰੀ ਦੇ ਬੈਨੀਫਿਟ ਲਈ ਹੋਣ। ਬਿਲਕੁਲ ਇਹਦੀ ਸਟੀਕ ਐਗਜ਼ਾਮਪਲ ਹੈ ਜਿੱਥੇ ਅਸੀਂ ਗੱਲ ਖਤਮ ਕਰਦੇ ਹਾਂ। ਇਮੀਗ੍ਰੇਸ਼ਨ ਹੈ, ਜਿਵੇਂ ਇਮੀਗ੍ਰੇਸ਼ਨ ਦੀ ਸਭ ਤੋਂ ਵੱਧ ਜਿਹੜੀ ਇਸ ਵੇਲੇ ਖਮਿਆਜਾ ਭੁਗਤ ਰਹੇ ਨੇ ਬਰੈਂਪਟਨ ਤੇ ਸਰੀ ਵਰਗੇ ਸ਼ਹਿਰ, ਪਰ ਇਹਨਾਂ ਫੈਸਲਿਆਂ 'ਚ ਉਹਨਾਂ ਦਾ ਕੋਈ ਰੋਲ ਨਹੀਂ ਸੀਗਾ। ਐਗਜ਼ੈਕਟਲੀ। ਬਹੁਤ ਬਹੁਤ ਸ਼ੁਕਰੀਆ ਜੀ। ਇੱਥੇ ਹੀ ਉਮੀਦ ਹੈ ਕਿ ਇਸ ਪਾਸੇ ਨੂੰ ਅਸੀਂ ਸੋਚਣਾ ਸ਼ੁਰੂ ਕਰਾਂਗੇ। ਹਾਂਜੀ, ਤੇ ਬਹੁਤ ਹੀ ਇੰਪੋਰਟੈਂਟ ਇਹ ਪ੍ਰੋਬਲਮ ਹੈ ਔਰ ਇਸ਼ੂ ਹੈ ਜਿਹੜਾ ਕਿ ਸਾਡੇ ਜਿਹੜੇ ਪਾਲਿਸੀ ਮੇਕਰਸ ਨੇ ਉਹਨਾਂ ਦੇ ਟੌਪ ਤੇ ਹੋਣਾ ਚਾਹੀਦਾ, ਉਹਨਾਂ ਦੇ ਏਜੰਡੇ ਤੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸ਼ਮਿਲ ਜੀ।